तेह प्रसाद सच होए। वाहिगुरु जी की फतेह है, विघ्न विनाशन सो। श्री वाहिगुरु जी की फतेह है, विघ्न विनाशन सोए। दीन दुनि को खावंद आवा, मानुख देह धार विदतावा। वाहिगुरु जी का खालसा, वाहिगुरु जी की फतेह। जुगो जुग अटल, चवर तख्त ਸਿੰਘਾਸਨ ਦੇ ਮਾਲਿਕ, ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਆਪ ਸੰਗਤਾਂ ਨੇ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪ੍ਰਕਾਸ਼ ਦੀ ਕਥਾ, ਅਵਤਾਰ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਦੇ ਵਿੱਚ ਸਰਵਣ ਕੀਤਾ, ਸਤਿਗੁਰਾਂ ਨੇ ਪਟਨਾ ਸਾਹਿਬ ਦੀ ਧਰਤੀ 'ਤੇ ਅਵਤਾਰ ਧਾਰਿਆ। ਘੁੜਾਮ ਪਿੰਡ ਦੇ ਰਹਿਣ ਵਾਲਾ ਇੱਕ ਪੀਰ ਹੈ, ਨਾਮ ਹੈ ਭੀਖਣ ਸ਼ਾਹ। ਜਦੋਂ ਇਸ ਨੂੰ ਅਨੁਭਵ ਹੋਇਆ ਹੈ ਕਿ ਅੱਜ ਪਰਮੇਸ਼ਰ ਖੁਦਾ ਅਵਤਾਰ ਧਾਰਿਆ ਹੈ ਪੂਰਬ ਦੀ ਦਿਸ਼ਾ ਵੱਲ, ਤੇ ਇਸ ਨੇ ਨਮਸਕਾਰ ਕੀਤੀ ਹੈ। ਚੇਲਿਆਂ ਨੇ ਸਵਾਲ ਕੀਤਾ, ਤੁਸੀਂ ਇਹ ਮਰਿਆਦਾ ਤੋਂ ਉਲਟ ਕੰਮ ਕੀਤਾ ਹੈ। ਮੁਸਲਮਾਨ ਦਾ ਸਿਰ ਤੇ ਪੱਛਮ ਦੇ ਵੱਲ ਝੁਕਦਾ, ਤੁਸੀਂ ਪੂਰਬ ਵੱਲ ਕਿਉਂ ਝੁਕਾਇਆ? ਤੇ ਪੀਰ ਨੇ ਦੱਸਿਆ ਵੀ ਅੱਜ ਉਹ ਖੁਦਾ ਅਵਤਾਰ ਲੈ ਕੇ ਆਇਆ। ਆਪਣੇ ਨਾਲ 2 ਚੇਲੇ ਲਏ ਨੇ, 2 ਸੇਵਾਦਾਰ ਲਏ ਨੇ। ਇੱਕ ਕੁਰਾਨ ਸ਼ਰੀਫ ਲਈ ਹੈ, ਇੱਕ ਮੁਸੱਲਾ ਲਿਆ ਹੈ ਵਿਛਾ ਕੇ ਨਮਾਜ਼ ਪੜ੍ਹਨ ਵਾਲਾ। ਚਲਦਿਆਂ ਚਲਦਿਆਂ ਪਟਨਾ ਸਾਹਿਬ ਪਹੁੰਚ ਗਿਆ। ਮਾਮਾ ਕਿਰਪਾਲ ਚੰਦ ਜੀ ਤੇ ਕੁਝ ਮਹਾਰਾਜ ਦੇ ਸਿੱਖ ਬੈਠੇ ਹੋਏ ਸਨ, ਜ਼ਿੰਮੇਵਾਰ ਗੁਰੂ ਘਰ ਦੇ ਮੋਹਤਬਾਰ ਗੁਰੂ ਕੇ ਸਿੱਖ। ਉਹਨਾਂ ਨੂੰ ਜਾ ਕੇ ਭੀਖਣ ਸ਼ਾਹ ਮਿਲਣ ਲੱਗਾ। ਮਿਲ ਕੇ ਕੀ ਕਹਿੰਦਾ, ਇਹ ਆਪਾਂ ਸਰਵਣ ਕਰਾਂਗੇ। ਆਓ ਮਨ ਬਿਰਤੀਆਂ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨਮਿਓ ਅਬ ਸਾਹਿਬਜ਼ਾਦਾ। ਸੋ ਮਾਮਾ ਕਿਰਪਾਲ ਚੰਦ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਮਾ ਜੀ ਸਨ, ਮਾਤਾ ਗੁਜਰੀ ਜੀਆਂ ਦੇ ਭਰਾ ਸਨ। ਜਿੱਥੇ ਉਹ ਬੈਠੇ ਸਨ ਉੱਥੇ ਜਾ ਕੇ ਪੀਰ ਕਹਿਣ ਲੱਗਾ ਭੀਖਣ ਸ਼ਾਹ ਵੀ ਜਿਹੜਾ ਸਾਹਿਬਜ਼ਾਦਾ ਹੁਣ ਅਵਤਾਰ ਲੈ ਕੇ ਜਨਮ ਲੈ ਕੇ ਆਇਆ ਹੈ, ਦੇਨ ਜਗਤ ਸਿੱਖਨ ਅਹਿਲਾਦਾ। ਉਹ ਸੰਸਾਰ ਦੇ ਵਿੱਚ ਸਿੱਖਾਂ ਨੂੰ ਖੁਸ਼ੀ ਦੇਣ ਵਾਸਤੇ, ਸੇਵਕਾਂ ਨੂੰ ਖੁਸ਼ੀ ਦੇਣ ਵਾਸਤੇ, ਨਾਮ ਜਪਣ ਵਾਲੀਆਂ ਰੂਹਾਂ ਨੂੰ ਖੁਸ਼ੀ ਦੇਣ ਵਾਸਤੇ ਇਸ ਬਾਲਕ ਦਾ ਜਨਮ ਹੋਇਆ ਹੈ। ਇਸਕੇ ਦਰਸ਼ਨ ਕੀ ਹਮ ਚਾਹੂ। ਤੇ ਮੇਰੇ ਮਨ ਵਿੱਚ ਉਹਦੇ ਦਰਸ਼ਨਾਂ ਦੀ ਇੱਛਾ ਹੈ। ਪੀਰ ਭੀਖਣ ਸ਼ਾਹ ਨੇ ਆਖਿਆ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਜਿਹੜੇ ਬਾਲਕ ਦਾ ਜਨਮ ਹੋਇਆ ਨਾ, ਇਹ ਆਪਣੇ ਸਿੱਖਾਂ ਨੂੰ ਸੁਖ ਦੇਵੇਗਾ, ਤੇ ਮੇਰੇ ਮਨ ਵਿੱਚ ਉਸ ਬੱਚੇ ਦੇ ਦਰਸ਼ਨਾਂ ਦੀ ਇੱਛਾ ਹੈ। ਕਿਰਪਾ ਕਰਕੇ ਮੈਨੂੰ ਦਰਸ਼ਨ ਕਰਵਾ ਦਿਓ। ਜੇ ਸਹਿਤ ਗਮਨੇ ਬਹੁਤ ਦਿਨ ਰਾਹੂ। ਤੇ ਮੈਂ ਬੜੇ ਦਿਨ ਲਾਏ ਨੇ, ਮੈਂ ਇੱਥੋਂ ਦਾ ਲੋਕਲ ਬੰਦਾ ਨਹੀਂ ਵੀ ਪਟਨੇ ਸਾਹਿਬ ਤੋਂ ਹੀ ਚੱਲ ਕੇ ਆ ਗਿਆ। ਮੈਂ ਬੜੇ ਦਿਨ ਲਾ ਕੇ ਤੇ ਸਫ਼ਰ ਪੈਂਡਾ ਤੈਅ ਕਰਕੇ ਆਇਆ। ਮੈਂ ਪੰਜਾਬ ਤੋਂ ਚੱਲ ਕੇ ਆਇਆ। ਬੁੱਢਾ ਮੇਰਾ ਸਰੀਰ ਹੈ, ਬਜ਼ੁਰਗ ਹਾਂ ਮੈਂ, ਪਰ ਫਿਰ ਵੀ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਥਕਾਵਟ ਦੀ ਪਰਵਾਹ ਨਹੀਂ ਕੀਤੀ, ਰਸਤੇ ਦੀਆਂ ਕਠਿਨਾਈਆਂ ਦੀ ਪਰਵਾਹ ਨਹੀਂ ਕੀਤੀ। ਬੜੇ ਲੰਮੇ ਸਮੇਂ ਤੋਂ, ਕਈਆਂ ਦਿਨਾਂ ਤੋਂ ਚੱਲ ਕੇ ਮੈਂ ਇੱਥੇ ਪਹੁੰਚਿਆ ਹਾਂ। ਆਪ ਦਰਸ਼ਨ ਕਰਵਾਵੋ ਮੋਹੇ। ਤੇ ਮੈਨੂੰ ਦਰਸ਼ਨ ਕਰਵਾਵੋ, ਮੈਂ ਦਰਸ਼ਨ ਕਰਨ ਵਾਸਤੇ ਆਇਆ। ਇਸ ਕਰਕੇ ਉਸ ਬਾਲਕ ਦੇ ਸਾਹਿਬਜ਼ਾਦੇ ਦੇ ਦਰਸ਼ਨ ਕਰਵਾਵੋ। ਸਫਲ ਆਇਵੋ ਮਗ ਕੇ ਰੋਹੇ। ਕਿਉਂਕਿ ਜਿੰਨਾ ਮੈਂ ਰਸਤਾ ਤੈਅ ਕਰਕੇ ਆਇਆ ਮੇਰਾ ਸਫਲਾ ਹੋ ਜਾਵੇ ਨਾ। ਇੰਨੀ ਮੁਸ਼ੱਕਤ ਕਰਕੇ ਆਇਆ, ਇੰਨੀ ਮਿਹਨਤ ਕਰਕੇ, ਏਡੀ ਦੂਰੋਂ ਚੱਲ ਕੇ ਆਇਆ, ਦਰਸ਼ਨ ਨਾ ਹੋਏ ਤੇ ਫਿਰ ਮੇਰਾ ਆਉਣਾ ਸਫਲਾ ਨਹੀਂ ਹੈ। ਮੈਂ ਜਿੰਨਾ ਪੈਂਡਾ ਤੈਅ ਕੀਤਾ ਮੇਰਾ ਸਫਲਾ ਹੋ ਜਾਵੇ। ਅਪਰਨਾ ਕਾਰਜ ਕੋਏ ਹਮਾਰਾ। ਇਹਦੇ ਤੋਂ ਬਿਨਾ ਮੈਨੂੰ ਦੂਜਾ ਕੰਮ ਹੀ ਕੋਈ ਨਹੀਂ ਹੈ। ਇੱਕੋ ਹੀ ਕੰਮ ਹੈ। ਪੰਜਾਬ ਤੋਂ ਚੱਲਿਆ, ਪਟਨਾ ਸਾਹਿਬ ਪੈਦਲ ਪਹੁੰਚਿਆ। ਸਰੀਰ ਦਾ ਮੇਰਾ ਉਮਰਾ ਜਿਹੜੀ ਹੈ ਬਜ਼ੁਰਗ ਹੋ ਗਈ ਹੈ। ਇੱਛਾ ਇੱਕੋ ਹੀ ਹੈ, ਕੰਮ ਇੱਕੋ ਹੀ ਹੈ। ਕਿਹੜਾ?
ਕਿ ਮੈਂ ਸਾਹਿਬਜ਼ਾਦੇ ਦੇ ਦਰਸ਼ਨ ਕਰਨੇ ਹਨ। ਆਏ ਲਖਿਓ ਗੁਰੂ ਦਰਬਾਰ, ਤੇ ਮੈਂ ਆਇਆ ਗੁਰੂ ਦਰਬਾਰ ਵਿੱਚ ਪਹੁੰਚਿਆ ਦਰਸ਼ਨ ਕਰਨ ਵਾਸਤੇ। ਸੁਣ ਕਿਰਪਾਲ ਨੇ ਬਾਕ ਬਖਾਨਾ, ਉਸ ਵੇਲੇ ਮਾਮਾ ਕਿਰਪਾਲ ਚੰਦ ਜੀ ਨੇ ਸੁਣੇ ਨਾ ਬਚਨ ਪੀਰ ਦੇ ਭੀਖਣ ਸ਼ਾਹ ਦੇ, ਤੇ ਫਿਰ ਅੱਗੋਂ ਜਵਾਬ ਦਿੰਦੇ ਉੱਤਰ ਦਿੰਦੇ ਹਨ। ਭਲਾ ਭਇਓ ਤੁਮ ਟਿਕੋ ਸਥਾਨਾ। ਕਹਿਣ ਲੱਗੇ ਭਲਾ ਹੋਇਆ ਜੀ ਪੀਰ ਜੀ, ਬੜਾ ਹੀ ਚੰਗਾ ਹੋਇਆ ਤੁਹਾਡੇ ਵਰਗੇ ਨਾਮ ਜਪਣ ਵਾਲੀਆਂ ਰੂਹਾਂ ਦੇ ਦਰਸ਼ਨ ਹੋਏ, ਬੜਾ ਚੰਗਾ ਕੀਤਾ ਤੁਸੀਂ ਆਏ ਹੋ, ਪਰ ਕਿਰਪਾ ਕਰੋ ਹਾਲੇ ਕੁਝ ਸਮਾਂ ਟਿਕੋ ਇੱਥੇ, ਹੁਣੇ ਦਰਸ਼ਨ ਨਹੀਂ ਕਰਵਾ ਸਕਦੇ। ਰਹਿਣ ਦਾ ਪ੍ਰਬੰਧ ਤੁਹਾਡਾ ਕੀਤਾ ਗਿਆ, ਤੁਸੀਂ ਸਾਡੇ ਜਿੱਥੇ ਅਸੀਂ ਤੁਹਾਨੂੰ ਟਿਕਾਣਾ ਦੇਵਾਂਗੇ ਉੱਥੇ ਰਹਿਣ ਵਾਸਤੇ ਤੁਸੀਂ ਟਿਕੋ, ਤੇ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਅੰਤਰ ਜਾਏ ਬਿਰਤੰਤ ਸੁਣਾਵਾ। ਤੇ ਕਹਿਣ ਲੱਗੇ ਵੀ ਉਸ ਵੇਲੇ ਪੀਰ ਨੂੰ ਬਿਠਾ ਦਿੱਤਾ ਵੀ ਤੁਸੀਂ ਇੱਥੇ ਬੈਠੋ, ਤੇ ਮਾਮਾ ਕਿਰਪਾਲ ਚੰਦ ਜੀ ਅੰਦਰ ਚਲੇ ਗਏ ਮਾਤਾ ਗੁਜਰੀ ਜੀਆਂ ਦੇ ਕੋਲ, ਮਾਤਾ ਨਾਨਕੀ ਜੀਆਂ ਦੇ ਕੋਲ, ਜਿੱਥੇ ਬਾਲਕ ਅੰਦਰ ਕਮਰੇ ਦੇ ਵਿੱਚ ਹੈ ਨਾ, ਉੱਥੇ ਜਾ ਕੇ ਦੱਸਿਆ। ਕਿਰਪਾਲ ਚੰਦ ਜੀ ਕਹਿਣ ਲੱਗੇ ਹਨ, ਸੈਯਦ ਏਕ ਪੀਰ ਚਲਿਆ ਵਾ। ਇੱਕ ਸੈਯਦ ਜਾਤੀ ਦਾ ਪੀਰ ਚੱਲ ਕੇ ਆਇਆ, ਸੂਫੀ ਪੀਰਾਂ ਦੇ ਵਿੱਚੋਂ ਇੱਕ ਪੀਰ ਚੱਲ ਕੇ ਆਇਆ, ਤੇ ਕਾਹਦੇ ਵਾਸਤੇ ਆਇਆ ਦੱਸਣ ਲੱਗੇ ਹਨ। ਸਾਹਿਬਜ਼ਾਦੇ ਕੋ ਚਾਹ ਦੇਖਾ, ਉਹ ਸਾਹਿਬਜ਼ਾਦੇ ਦੇ ਦਰਸ਼ਨ ਕਰਨੇ ਚਾਹੁੰਦਾ। ਮਾਮਾ ਕਿਰਪਾਲ ਜੀਆਂ ਨੇ ਪੀਰ ਭੀਖਣ ਸ਼ਾਹ ਨੂੰ ਬਿਠਾ ਦਿੱਤਾ, ਤੂੰ ਇੱਥੇ ਬੈਠ। ਅੰਦਰ ਜਾ ਕੇ ਆਪਣੀ ਭੈਣ ਨੂੰ ਦੱਸਿਆ, ਭੈਣ ਦੀ ਸੱਸ ਨੂੰ ਦੱਸਿਆ ਕਿ ਜਿਹੜਾ ਬਾਲਕ ਆਪਣੇ ਘਰੇ ਜਨਮ ਲੈ ਕੇ ਆਇਆ, ਇਹਦੇ ਦਰਸ਼ਨ ਕਰਨ ਵਾਸਤੇ ਬਾਹਰ ਇੱਕ ਪੀਰ ਆ ਕੇ ਬੈਠਾ ਤੇ ਦਰਸ਼ਨਾਂ ਦੀ ਇੱਛਾ ਕਰਦਾ ਪਿਆ ਹੈ। ਹਿਰਦੈ ਲਾਲਸਾ ਕਰਤ ਵਿਸ਼ੇਖਾ, ਤੇ ਉਹਦੇ ਮਨ ਦੇ ਵਿੱਚ ਬੜੀ ਲਾਲਸਾ, ਬੜੀ ਇੱਛਾ, ਕਾਹਦੀ? ਇਕੱਲੇ ਦਰਸ਼ਨ ਕਰਨ ਦੀ, ਹੋਰ ਕੁਝ ਨਹੀਂ ਚਾਹੀਦਾ ਉਹਨੂੰ। ਉਹਨੇ ਇਹ ਗੱਲ ਸਾਫ਼ ਤੌਰ ਤੇ ਕਹਿ ਦਿੱਤੀ ਹੈ, ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਕੁਝ ਲੈਣ ਨਹੀਂ ਆਇਆ, ਮੈਂ ਕੇਵਲ ਦਰਸ਼ਨ ਕਰਨੇ। ਤੇ ਉਹਦੀਆਂ ਗੱਲਾਂ ਤੋਂ ਮੈਂ ਹਿਸਾਬ ਲਾਇਆ ਵੀ ਉਹਦੇ ਮਨ ਵਿੱਚ ਬੜੀ ਲਾਲਸਾ, ਬੜੀ ਭਾਵਨਾ, ਬੜੇ ਸਿਦਕ ਦੇ ਨਾਲ ਆਇਆ ਹੈ। ਸ੍ਰੀ ਗੁਜਰੀ ਜੁਤ ਸੇਵਕ ਔਰ। ਸੋ ਮਾਤਾ ਗੁਜਰੀ ਜੀ ਜਿੱਥੇ ਬੈਠੇ ਸਨ ਆਪਣੇ ਪੁੱਤਰ ਦੇ ਨਾਲ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ, ਹੋਰ ਵੀ ਕੁਝ ਉੱਥੇ ਮਾਈਆਂ ਬੀਬੀਆਂ ਜਾਂ ਸੇਵਾਦਾਰ ਹਨ। ਬੈਠੇ ਸੁਣਤ ਭੈ ਤਿਸ ਠੌਰ, ਤੇ ਸਾਰਿਆਂ ਨੇ ਸੁਣ ਲਈ ਗੱਲ, ਕਿਉਂਕਿ ਮਾਮਾ ਕਿਰਪਾਲ ਚੰਦ ਜੀ ਨੇ ਉੱਚੀ ਆਵਾਜ਼ ਦੇ ਵਿੱਚ ਸਾਰਿਆਂ ਨੂੰ ਗੱਲ ਪੁੱਛੀ ਹੈ ਵੀ ਬਾਹਰ ਇੱਕ ਪੀਰ ਆ ਗਿਆ ਦਰਸ਼ਨ ਕਰਨ ਵਾਸਤੇ ਸਾਹਿਬਜ਼ਾਦੇ ਦੇ। ਜਦੋਂ ਸਾਰਿਆਂ ਨੇ ਗੱਲ ਸੁਣੀ ਤੇ ਕਹਿਣ ਲੱਗੇ ਫਿਰ ਸਭ ਕੇ ਮਨ ਸੰਸੈ ਤਬ ਹੋਵਾ। ਸਾਰਿਆਂ ਦੇ ਮਨ ਵਿੱਚ ਸ਼ੱਕ ਪੈਦਾ ਹੋ ਗਿਆ, ਪੀਰ ਏਡੀ ਦੂਰੋਂ ਕਿਉਂ ਚੱਲ ਕੇ ਆਇਆ, ਇਹਨੂੰ ਕੀ ਇਹੋ ਜਿਹੀ ਲੋੜ ਪੈ ਗਈ? ਮੁਸਲਮਾਨ ਤੇ ਮੰਨਦੇ ਅੱਲਾਹ ਨੂੰ ਨੇ, ਖੁਦਾ ਨੂੰ ਨੇ, ਇਹ ਪੀਰ ਇੰਨੀ ਦੂਰੋਂ ਚੱਲ ਕੇ ਆਇਆ, ਕਹਿੰਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਕੇਵਲ ਦਰਸ਼ਨ ਹੀ ਚਾਹੀਦੇ। ਸ਼ੱਕ ਪੈਦਾ ਹੋ ਗਿਆ, ਇਹ ਕੋਈ ਨੁਕਸਾਨ ਨਾ ਕਰ ਦੇਵੇ, ਕੋਈ ਨੁਕਸਾਨ ਕਰਨ ਦੀ ਬਿਰਤੀ ਲੈ ਕੇ ਨਾ ਆਇਆ ਵੀ ਬੱਚਾ ਮੈਨੂੰ ਫੜਾਉਣਗੇ ਤੇ ਮੈਂ ਕਿਸੇ ਸ਼ਸਤਰ ਦੇ ਨਾਲ ਉਹਨੂੰ ਕੱਟ ਦਿਆਂਗਾ, ਮਾਰ ਦਿਆਂਗਾ, ਕੀ ਪਤਾ ਇਹ ਕੀ ਕਰੇਗਾ। ਮਨ ਵਿੱਚ ਸ਼ੰਕਾ ਪੈਦਾ ਹੋਇਆ ਹੈ। ਤੁਰਕ ਦਲੇਸ਼ ਦੁਰਾਸੀ ਜੋਵਾ। ਕਿਉਂਕਿ ਸਾਰੇ ਜਾਣਦੇ ਸਨ ਵੀ ਦਿੱਲੀ ਦਾ ਬਾਦਸ਼ਾਹ ਜਾਂ ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ ਔਰੰਗਜ਼ੇਬ ਹੈ ਨਾ, ਬੜਾ ਵੱਡਾ ਪਾਪੀ ਹੈ, ਪਾਪ ਕਰਨ ਲੱਗਿਆ ਮਿੰਟ ਲਾਉਂਦਾ, ਕਿਸੇ ਦਾ ਭੈ ਨਹੀਂ ਰੱਖਦਾ। ਹੋ ਸਕਦਾ ਵੀ ਉਸ ਬਾਦਸ਼ਾਹ ਨੇ ਇਸ ਪੀਰ ਨੂੰ ਭੇਜਿਆ ਹੋਵੇ ਵੀ ਜਾ ਤੂੰ ਜਾ ਕੇ ਆਹ ਕੰਮ ਕਰਕੇ ਆ, ਤੈਨੂੰ ਇਨਾਮ ਖਨਾਮ ਦੇਵਾਂਗੇ। ਤੇ ਨਾਲੇ ਕੀ ਪਤਾ ਵੀ ਇਹ ਪੀਰ ਹੀ ਹੈ, ਹੋ ਸਕਦਾ ਕੋਈ ਰਾਜੇ ਦਾ ਸਿਪਾਹੀ ਹੋਵੇ ਤੇ ਪੀਰ ਬਣ ਕੇ ਆ ਗਿਆ ਹੋਵੇ, ਲਿਬਾਸ ਬਣਾ ਕੇ ਬਦਲ ਕੇ ਝੂਠਾ ਸੰਤ ਬਣ ਗਿਆ ਹੋਵੇ, ਕੀ ਪਤਾ ਕਾਹਦੇ ਵਾਸਤੇ ਆਇਆ ਜਾਂ ਔਰੰਗਜ਼ੇਬ ਨੇ ਕਿਉਂ ਭੇਜਿਆ ਹੈ। ਸੁਧ ਤਿਸ ਹੋਇਆ ਘਰ ਤੀਰ। ਸੋ ਜਦੋਂ ਖਬਰ ਹੋਵੇਗੀ ਤੇ ਉਸ ਵੇਲੇ ਕੋਲ ਬੁਲਾਵਾਂਗੇ। ਕੋ ਜਾਣੈ ਕਿਉਂ ਆਵਾ ਪੀਰ। ਕੌਣ ਜਾਣਦਾ ਵੀ ਪੀਰ ਆਇਆ ਕਿਉਂ? ਹੁਣ ਪੀਰ ਦੇ ਮਨ ਦੀ ਗੱਲ ਦਾ ਥੋੜੀ ਪਤਾ ਵੀ ਕੀ ਚਾਹੁੰਦਾ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਹੁੰਦੇ ਤੇ ਮਨ ਦੀ ਜਾਣਦੇ ਵੀ ਪੀਰ ਕਾਹਦੇ ਲਈ ਆਇਆ, ਪਰ ਇਸ ਟਾਈਮ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਬੰਗਾਲ ਬੰਗਲਾਦੇਸ਼ ਬੈਠੇ ਨੇ, ਢਾਕਾ ਨਗਰੀ ਵਿੱਚ ਬੈਠੇ ਹੋਏ। ਮਾਤਾ ਗੁਜਰੀ ਜੀ ਕਹਿਣ ਲੱਗੇ, ਕਹਿੰਦੇ ਕੌਣ ਜਾਣਦਾ, ਕੀ ਪਤਾ ਪੀਰ ਦੇ ਮਨ ਵਿੱਚ ਕੀ ਹੈ। ਆਪਾਂ ਸੋਚਦੇ ਪਏ ਦਰਸ਼ਨ ਕਰਨ ਆਇਆ, ਹੋ ਸਕਦਾ ਬੱਚੇ ਨੂੰ ਮਾਰਨ ਹੀ ਆ ਗਿਆ ਹੋਵੇ, ਨੁਕਸਾਨ ਕਰਨ ਆ ਗਿਆ ਹੋਵੇ, ਹੋ ਸਕਦਾ ਔਰੰਗਜ਼ੇਬ ਦਾ ਜਸੂਸ ਹੋਵੇ, ਕਿਹੜੀ ਬਿਰਤੀ ਲੈ ਕੇ ਆ ਗਿਆ, ਇਸ ਗੱਲ ਨੂੰ ਕੋਈ ਨਹੀਂ ਜਾਣਦਾ ਹੈ। ਘਰ ਹਮਰੇ ਸੋ ਕਰਤਾ ਬਾਦ। ਸੋ ਔਰੰਗਜ਼ੇਬ ਤੇ ਸਾਡੇ ਘਰ ਨਾਲ ਸ਼ੁਰੂ ਤੋਂ ਹੀ ਝਗੜਦਾ ਆ ਰਿਹਾ। 7ਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਤੇ ਔਰੰਗਜ਼ੇਬ ਦਿੱਲੀ ਦੇ ਤਖਤ ਤੇ ਬੈਠਾ। ਪਹਿਲਾਂ 7ਵੇਂ ਪਾਤਸ਼ਾਹ ਨੂੰ ਸੱਦਿਆ, ਮੇਰੇ ਕੋਲ ਆਓ। ਮਹਾਰਾਜ ਨੇ ਜਾਣ ਤੋਂ ਨਾ ਕੀਤੀ, ਫਿਰ ਆਪਣੇ ਮਹਾਰਾਜ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਭੇਜਿਆ। ਉਦੋਂ ਤੋਂ ਗੁਰੂ ਘਰ ਨਾਲ ਵੈਰ ਕਰਦਾ। ਫਿਰ 8ਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ, ਉਹਨਾਂ ਨੂੰ ਦਿੱਲੀ ਬੁਲਾਇਆ ਤੇ 9ਵੇਂ ਪਾਤਸ਼ਾਹ ਨੂੰ ਵੀ ਇਸ ਨੇ ਬੁਲਾਉਣਾ। ਮਾਤਾ ਜੀ ਕਹਿਣ ਲੱਗੇ ਵੀ ਗੁਰੂ ਘਰ ਦੇ ਨਾਲ ਤੇ ਔਰੰਗਜ਼ੇਬ ਦਾ ਸ਼ੁਰੂ ਤੋਂ ਵੈਰ ਰਿਹਾ,
ਕਦੇ ਵੀ ਗੁਰੂ ਘਰ ਨੂੰ ਮੰਨਿਆ ਨਹੀਂ ਹੈ। ਮਾਦੀ ਨੌਰੰਗ ਮਹਿਦ ਪ੍ਰਮਾਦ। ਤੇ ਇਹ ਜਿਹੜਾ ਔਰੰਗਾ ਹੈ ਨਾ, ਬਹੁਤ ਵੱਡਾ ਝਗੜਾ ਕਰਨ ਵਾਲਾ ਝਗੜਾਲੂ ਹੈ, ਕਲੇਸ਼ ਕਰਨ ਵਾਲਾ ਹੀ ਹੈ। ਔਰੰਗੇ ਤੋਂ ਕੋਈ ਚੰਗੀ ਉਮੀਦ ਨਹੀਂ ਕੀਤੀ ਜਾ ਸਕਦੀ ਵੀ ਭਲਾ ਕਰੇਗਾ। ਤੇ ਜਿਹੜਾ ਇੰਨੀ ਮਾੜੀ ਬਿਰਤੀ ਵਾਲਾ ਗੁਰੂਆਂ ਦੇ ਨਾਲ ਵੈਰ ਕਰਦਾ ਰਿਹਾ, ਉਹ ਗੁਰੂ ਦੇ ਸਾਹਿਬਜ਼ਾਦੇ ਨਾਲ ਵੈਰ ਨਹੀਂ ਕਰੇਗਾ, ਜ਼ਰੂਰ ਕਰੇਗਾ। ਇਸ ਗੱਲ ਨੂੰ ਮਨ ਵਿੱਚ ਸੋਚ ਕੇ ਸਾਹਿਬ ਨਹੀਂ ਨਿਕਟ ਇਸ ਕਾਲ। ਤੇ ਉਸ ਵੇਲੇ ਮਾਤਾ ਗੁਜਰੀ ਨੇ ਆਖਿਆ, ਕਹਿਣ ਲੱਗੇ ਆਪਣੇ ਭਰਾ ਨੂੰ, ਕਹਿੰਦੇ ਵੀਰ ਜੀ ਇਸ ਵੇਲੇ ਮੇਰੇ ਪਤੀ ਦੇਵ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਕੋਲ ਨਹੀਂ। ਜੇ ਉਹ ਕੋਲ ਹੁੰਦੇ ਮੈਂ ਉਹਨਾਂ ਨਾਲ ਸਲਾਹ ਕਰ ਲੈਂਦੀ, ਜਾਂ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਵੀ ਇਹ ਪੀਰ ਕਿਵੇਂ ਆਇਆ। ਇਸ ਵੇਲੇ ਤੇ ਇਸ ਬੱਚੇ ਦਾ ਬਾਪ ਵੀ ਕੋਲ ਨਹੀਂ ਹੈ, ਤੇ ਇਸ ਬੱਚੇ ਨੂੰ ਪਾਲਣ ਦੀ ਸਾਂਭਣ ਦੀ ਜ਼ਿੰਮੇਵਾਰੀ ਮੇਰੀ ਹੈ। ਤੇ ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਇਸ ਗੱਲ ਨੂੰ ਕਥਾਚਿਤ ਨਹੀਂ ਮੰਨਦੀ ਵੀ ਇਹ ਬੱਚੇ ਦੇ ਦਰਸ਼ਨ ਪੀਰ ਨੂੰ ਕਰਵਾਏ ਜਾਣ। ਇਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਨਹੀਂ, ਤੇ ਮਾਤਾ ਗੁਜਰੀ ਜੀ ਕਹਿਣ ਲੱਗੇ ਅਸੀਂ ਇਸ ਬੱਚੇ ਨੂੰ ਕਦੇ ਵੀ ਪੀਰ ਦੇ ਕੋਲ ਨਹੀਂ ਜਾਣ ਦੇਵਾਂਗੇ। ਜੋ ਸਭ ਦਿਸਤੇ ਲੇਤ ਸੰਭਾਲ। ਕਿਉਂਕਿ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਹੁੰਦੇ ਫਿਰ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਸੀ, ਮਹਾਰਾਜ ਨੇ ਸਾਂਭ ਲੈਣਾ ਸੀ ਸਭ ਕੁਝ। ਆਪਣੀ ਗੋਦੀ ਵਿੱਚ ਬਿਠਾ ਕੇ ਪੀਰ ਨੂੰ ਦੂਰੋਂ ਦਰਸ਼ਨ ਕਰਵਾ ਦਿੰਦੇ, ਜਾਂ ਮਹਾਰਾਜ ਨੇ ਜਾਣ ਲੈਣਾ ਸੀ ਵੀ ਪੀਰ ਅਸਲੀ ਹੈ ਕਿ ਨਕਲੀ ਹੈ, ਕਿਹੜੀ ਭਾਵਨਾ ਨੂੰ ਲੈ ਕੇ ਆਇਆ। ਜੇ ਆਪ ਸਤਿਗੁਰੂ ਅੱਜ ਹੁੰਦੇ ਤੇ ਫਿਰ ਸਾਨੂੰ ਫਿਕਰ ਕੋਈ ਨਹੀਂ, ਪਰ ਇਸ ਟਾਈਮ ਮਾਲਕ ਸਤਿਗੁਰੂ ਘਰ ਨਹੀਂ, ਅਸੀਂ ਇਸ ਬਾਲਕ ਦੇ ਦਰਸ਼ਨ ਨਹੀਂ ਕਰਵਾਉਣੇ ਹਨ। ਸ਼੍ਰੀ ਹਰਿ ਕ੍ਰਿਸ਼ਨ ਬੈਸ ਜਨ ਥੋਰੀ। ਤੇ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਪਿਛਲੀ ਗੱਲ ਕਰਨ ਲੱਗ ਪਏ। ਕਹਿਣ ਲੱਗੇ ਔਰੰਗੇ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ 7 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬੈਠੇ, ਤੇ ਕੇਵਲ 2 ਸਾਲ ਗੁਰਤਾ ਗੱਦੀ ਤੇ ਰਹੇ। ਤੇ ਇੰਨੀ ਛੋਟੀ ਉਮਰ ਦੇ ਵਿੱਚ ਔਰੰਗੇ ਨੇ ਆਖਿਆ ਸੀ ਵੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮੈਨੂੰ ਮਿਲਣ ਆ ਕੇ ਦਿੱਲੀ ਦੇ ਵਿੱਚ। ਤੇ ਮਾਤਾ ਨਾਨਕੀ ਜੀ ਕਹਿ ਰਹੇ ਨੇ, ਕਹਿੰਦੇ ਉਹਨਾਂ ਨੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੂੰ 7-8 ਸਾਲ ਦੀ ਉਮਰ ਦੇ ਵਿੱਚ ਦਿੱਲੀ ਬੁਲਾਇਆ ਹੈ। ਕਰੇ ਹਕਾਰਨ ਨਿਜ ਦਿਸ ਉਰੀ। ਆਪਣੇ ਵਾਲੇ ਪਾਸੇ ਬੁਲਾਇਆ ਵੀ ਮਹਾਰਾਜ ਕੀਰਤਪੁਰ ਤੋਂ ਚੱਲ ਕੇ ਤੇ ਮੇਰੇ ਕੋਲ ਇੱਥੇ ਦਿੱਲੀ ਆਉਣਾ ਕਰੋ। ਤੈਨੂੰ ਦਰਸ਼ਨ ਦੀਨਸ ਲੀਨਸ। ਪਰ ਗੁਰੂ ਹਰਿ ਰਾਏ ਮਹਾਰਾਜ ਦੇ ਬਚਨ ਸਨ, ਨਹਿ ਮਲੇਸ਼ ਕੋ ਦਰਸ਼ਨ ਦਹਿ ਹੈ। ਅਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਾਂਗੇ, ਨਾ ਉਹਨੂੰ ਆਪਣਾ ਚਿਹਰਾ ਦਿਖਾਵਾਂਗੇ, ਨਾ ਉਹਦਾ ਮੂੰਹ ਵੇਖਾਂਗੇ। ਇਹੋ ਹੀ ਪ੍ਰਣ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਕੀਤਾ ਵੀ ਅਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ। ਤੇ ਉਸ ਵੇਲੇ ਵਜ਼ੀਰ ਖਾਨ ਨਾਮ ਦਾ ਇੱਕ ਵਜ਼ੀਰ ਸੀ ਔਰੰਗਜ਼ੇਬ ਦਾ, ਉਹ ਗੁਰੂ ਘਰ ਦਾ ਸ਼ਰਧਾਲੂ ਸੀ। ਉਹਨੇ ਆਖਿਆ ਮਹਾਰਾਜ ਮੈਂ ਗਰੰਟੀ ਲੈਂਦਾ, ਤੁਹਾਡੀ ਮਰਜ਼ੀ ਬਿਨਾਂ ਤੁਹਾਨੂੰ ਔਰੰਗਜ਼ੇਬ ਨਹੀਂ ਮਿਲ ਸਕੇਗਾ, ਪਰ ਤੁਸੀਂ ਦਿੱਲੀ ਵਿੱਚ ਜ਼ਰੂਰ ਆਓ, ਸੰਗਤਾਂ ਨੂੰ ਤੇ ਦਰਸ਼ਨ ਦਿਓ, ਔਰੰਗੇ ਨੂੰ ਨਾ ਮਿਲਿਓ। ਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦਿੱਲੀ ਚਲੇ ਗਏ। ਔਰੰਗਜ਼ੇਬ ਨੇ ਬੜਾ ਜ਼ੋਰ ਲਾਇਆ, ਬੜਿਆਂ ਦੇ ਕੋਲੋਂ ਕਹਾਇਆ ਮਹਾਰਾਜ ਮੈਨੂੰ ਆ ਲੈਣ ਦਿਓ, ਮੈਨੂੰ ਆ ਕੇ ਮਿਲ ਲੈਣ ਦਿਓ। ਮਹਾਰਾਜ ਕਹਿੰਦੇ ਨਹੀਂ, ਸਾਡੇ ਪਿਤਾ ਦਾ ਪ੍ਰਣ ਸੀ ਤੇਰੇ ਮੱਥੇ ਨਹੀਂ ਲੱਗਣਾ, ਅਸੀਂ ਪਿਤਾ ਦੇ ਪ੍ਰਣ ਨੂੰ ਪੂਰਾ ਕਰਾਂਗੇ, ਅਸੀਂ ਵੀ ਤੇਰੇ ਮੱਥੇ ਨਹੀਂ ਲੱਗਾਂਗੇ। ਤੇ ਜਦੋਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਸਰੀਰ ਛੱਡ ਗਏ ਨਾ, ਜੋਤੀ ਜੋਤ ਸਮਾ ਗਏ, ਤੇ ਜਿਸ ਕਮਰੇ ਦੇ ਵਿੱਚ ਮਹਿਲ ਦੇ ਵਿੱਚ ਮਹਾਰਾਜ ਦਾ ਪਵਿੱਤਰ ਸਰੀਰ ਰੱਖਿਆ ਸੀ, ਔਰੰਗਜ਼ੇਬ ਨੂੰ ਪਤਾ ਲੱਗਾ, ਆਪਣੇ ਸਿਪਾਹੀਆਂ ਵਜ਼ੀਰਾਂ ਦੇ ਸਮੇਤ ਉੱਥੇ ਪਹੁੰਚ ਗਿਆ। ਕਹਿਣ ਲੱਗਾ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਜਿਉਂਦੇ ਸਨ ਉਦੋਂ ਮੈਨੂੰ ਰੋਕ ਲਿਆ, ਹੁਣ ਤੇ ਮਹਾਰਾਜ ਜੋਤੀ ਜੋਤ ਸਮਾ ਗਏ, ਹੁਣ ਮੈਨੂੰ ਕੌਣ ਰੋਕ ਸਕਦਾ, ਮੈਂ ਸਰੀਰ ਦੇ ਦਰਸ਼ਨ ਕਰਕੇ ਆਵਾਂ। ਤੇ ਸਾਰਿਆਂ ਸਿੱਖਾਂ ਨੂੰ ਪਰੇ ਕਰਕੇ ਬਦੋ ਬਦੀ ਧੱਕੇ ਦੇ ਨਾਲ ਉਸ ਕਮਰੇ ਦੇ ਵਿੱਚ ਵੜਿਆ, ਜਿਸ ਕਮਰੇ ਦੇ ਵਿੱਚ ਮਹਾਰਾਜ ਜੀਆਂ ਦਾ ਪਵਿੱਤਰ ਸਰੀਰ ਪਲੰਘੇ ਤੇ ਬਿਰਾਜਮਾਨ ਹੈ। ਤੇ ਸੇਵਾਦਾਰ ਨੂੰ ਆਖਿਆ ਇਹਨਾਂ ਦੇ ਚਿਹਰੇ ਤੋਂ ਕੱਪੜਾ ਹਟਾਓ, ਮੈਂ ਦਰਸ਼ਨ ਕਰਨੇ ਨੇ। ਜਦੋਂ ਕੱਪੜਾ ਹਟਾਇਆ, ਕਹਿਣ ਲੱਗੇ ਔਰੰਗਜ਼ੇਬ ਨੂੰ ਇੰਨਾ ਡਰ ਆਇਆ ਉੱਥੇ ਖਲੋਤੇ ਨੂੰ, ਮੰਨ ਲਓ ਜਿਵੇਂ ਧਰਤੀ ਫਟ ਗਈ ਹੋਵੇ ਤੇ ਵਿੱਚ ਡਿੱਗਣ ਲੱਗਾ ਹੋਵੇ। ਤਰੇਲੀਆਂ ਆ ਗਈਆਂ, ਚੱਕਰ ਆਉਣ ਲੱਗ ਪਿਆ, ਡਿੱਗਣ ਲੱਗਾ। ਭੱਜ ਕੇ ਆਪਣੇ ਵਜ਼ੀਰ ਦੀ ਬਾਂਹ ਫੜੀ, ਮਸਾਂ ਆਪਣੇ ਆਪ ਨੂੰ ਸੰਭਾਲਿਆ ਤੇ ਭੱਜ ਕੇ ਕਮਰੇ ਵਿੱਚੋਂ ਬਾਹਰ ਨਿਕਲਿਆ। ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਆਂ ਨੂੰ ਜੋਤੀ ਜੋਤ ਸਮਾਉਣ ਤੋਂ ਮਗਰੋਂ ਵੀ ਉਹਨਾਂ ਦੇ ਸਰੀਰ ਦੇ ਦੁਸ਼ਟ ਔਰੰਗਾ ਦਰਸ਼ਨ ਨਹੀਂ ਕਰ ਪਾਇਆ। ਮਹਾਰਾਜ ਨੇ ਪ੍ਰਣ ਪੂਰਾ ਕੀਤਾ ਵੀ ਤੇਰੇ ਮੱਥੇ ਨਹੀਂ ਲੱਗਣਾ। ਮਾਤਾ ਨਾਨਕੀ ਜੀ ਇੱਥੇ ਬਚਨ ਕਰਦੇ ਪਏ, ਕਹਿਣ ਲੱਗੇ ਗੁਰੂ ਤੇਗ ਬਹਾਦਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਇਸ ਔਰੰਗੇ ਨੇ ਆਪਣੇ ਕੋਲ ਦਿੱਲੀ ਬੁਲਾਇਆ ਸੀ ਵੀ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ, ਪਰ ਉਹਨਾਂ ਨੇ ਇਸ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ ਹਨ। ਤਜ ਤਜ ਦੀਨ ਕੰਤੂਹਲ ਕੀਨਸ। ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣਾ ਸਰੀਰ ਛੱਡ ਦਿੱਤਾ ਤੇ ਇਹ ਕੌਤਕ ਉਸ ਵੇਲੇ ਵਰਤਾਇਆ ਹੈ। ਰਾਜ ਓਜ ਤੇ ਮਦ ਮਸਤਾਨੇ। ਕਿਉਂਕਿ ਔਰੰਗਜ਼ੇਬ ਆਪਣੇ ਰਾਜ ਦੇ ਬਲ ਕਰਕੇ ਸ਼ਰਾਬੀਆਂ ਦੇ ਵਾਂਗ ਮਸਤ ਹੋ ਗਿਆ। ਜਿਵੇਂ ਸ਼ਰਾਬੀ ਬੰਦੇ ਨੂੰ ਪਤਾ ਨਹੀਂ ਨਾ ਰਹਿੰਦਾ ਚੰਗੀ ਮਾੜੀ ਗੱਲ ਦਾ, ਚੰਗੇ ਮਾੜੇ ਕੰਮ ਦਾ।
ਔਰੰਗੇ ਨੂੰ ਆਪਣੇ ਰਾਜ ਦਾ ਇੰਨਾ ਨਸ਼ਾ ਹੋ ਗਿਆ ਵੀ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਚੰਗਾ ਕੀ ਕਰਦਾ ਤੇ ਮਾੜਾ ਕੀ ਕਰਦਾ ਹਾਂ। ਕਰਹਿ ਅਕਰਮ ਹੋਨ ਕਹੁ ਹਨੇ। ਤੇ ਇਸ ਕਰਕੇ ਹੋ ਸਕਦਾ ਕੋਈ ਇਹ ਮਾੜਾ ਕੰਮ ਕਰਨ ਆ ਗਿਆ ਹੋਵੇ, ਸਾਡੀ ਹਾਨੀ ਨੁਕਸਾਨ ਕਰਨ ਵਾਸਤੇ ਆਇਆ ਜਾਂ ਤੇ ਇਨ ਕੋ ਟਾਰਨ ਬਨੇ। ਇਸ ਕਰਕੇ ਇਸ ਪੀਰ ਨੂੰ ਟਾਲਣਾ ਬਣਦਾ। ਜਿਨ੍ਹਾਂ ਨੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਨਾਲ ਵੈਰ ਖੱਟਿਆ, ਗੁਰੂ ਹਰਰਾਏ ਸਾਹਿਬ ਦੇ ਨਾਲ ਵੈਰ ਖੱਟਿਆ, ਸਾਡਾ ਉਹ ਕਿੱਥੋਂ ਬਣ ਜਾਏਗਾ। ਮਾਤਾ ਗੁਜਰੀ ਜੀ ਕਹਿ ਰਹੇ ਆਪਣੇ ਭਰਾ ਨੂੰ, ਕਹਿੰਦੇ ਭਰਾ ਜੀ ਇਸ ਪੀਰ ਨੂੰ ਟਾਲਣਾ ਹੀ ਬਣਦਾ, ਕੋਈ ਨਾ ਕੋਈ ਬਹਾਨਾ ਲਾ ਦਿਓ ਤੇ ਪਰ ਪੀਰ ਨੂੰ ਦਰਸ਼ਨ ਨਹੀਂ ਕਰਵਾਉਣੇ ਹਨ। ਮਧੁਰ ਗਿਰਾ ਕੇ ਰਸ ਕੇ ਸਨੇ। ਪਰ ਫਿਰ ਵੀ ਪੀਰ ਹੈ, ਬੰਦਗੀ ਵਾਲਾ, ਮਾੜਾ ਬਚਨ ਨਹੀਂ ਬੋਲਣਾ, ਮਾੜਾ ਸ਼ਬਦ ਨਹੀਂ ਕਹਿਣਾ, ਮਿੱਠੇ ਬਚਨਾਂ ਦੇ ਨਾਲ ਸਤਿਕਾਰ ਦੇ ਕੇ ਟਾਲ ਦਿਓ। ਕਿਉਂਕਿ ਪੀਰ ਹੈ ਨਾ, ਬੰਦਗੀ ਵਾਲੀ ਰੂਹ ਹੈ, ਕੀ ਪਤਾ ਪਰਮੇਸ਼ਰ ਦੀ ਕਿੰਨੀ ਉਹਦੇ ਤੇ ਕਿਰਪਾ। ਵੈਸੇ ਵੀ ਗੁਰੂ ਪਾਤਸ਼ਾਹ ਦਾ ਬਚਨ ਹੈ, ਹਿਆਓ ਨਾ ਕੇਹੀ ਠਾਹੇ ਮਾਨਕ ਸਭ ਅਮੋਲ ਵੇ। ਕਦੇ ਵੀ ਕਿਸੇ ਦੇ ਮਨ ਦੇ ਉੱਪਰ ਚੋਟ ਨਾ ਕਰਿਆ ਕਰ, ਕਿਉਂਕਿ ਮਨ ਰੂਪੀ ਜਿਹੜਾ ਮੋਤੀ ਹੈ ਨਾ, ਇਹਦੇ ਵਿੱਚ ਪਰਮੇਸ਼ਰ ਬੈਠਾ ਹੋਇਆ। ਤੇ ਜਦੋਂ ਕਿਸੇ ਦਾ ਮਨ ਢਾਵੇਂਗਾ ਨਾ, ਮਨ ਤੇ ਸੱਟ ਮਾਰੇਗਾ, ਪਰਮੇਸ਼ਰ ਨੂੰ ਸੱਟ ਵੱਜਦੀ ਹੈ। ਇਸ ਕਰਕੇ ਮਨ ਰੂਪੀ ਮੋਤੀ ਨੂੰ ਨਾ ਤੋੜਿਆ ਕਰ। ਮਾਤਾ ਗੁਜਰੀ ਜੀ ਕਹਿਣ ਲੱਗੇ ਪੀਰ ਨੂੰ ਮਾੜਾ ਬਚਨ ਨਹੀਂ ਬੋਲਣਾ, ਮਿੱਠਾ ਬਚਨ ਬੋਲ ਕੇ ਸਤਿਕਾਰ ਦੇ ਕੇ ਟਾਲ ਦਿਓ, ਬਹਾਨਾ ਲਾ ਦਿਓ ਕੋਈ ਨਾ ਕੋਈ, ਪਰ ਦਰਸ਼ਨ ਨਹੀਂ ਕਰਵਾਉਣੇ ਹਨ। ਏਵ ਮਤੋ ਕਰ ਉਠਿਓ ਕਿਰਪਾਲ। ਤੇ ਕਹਿਣ ਲੱਗੇ ਵੀ ਜਦੋਂ ਕਿਰਪਾਲ ਚੰਦ ਜੀਆਂ ਨੇ ਆਪਣੀ ਭੈਣ ਦੀ ਗੱਲ ਸੁਣੀ ਹੈ, ਭੈਣ ਦੀ ਸੱਸ ਦੀ ਗੱਲ ਸੁਣੀ ਹੈ, ਮਾਤਾ ਨਾਨਕੀ ਜੀਆਂ ਦੀ, ਹੋਰ ਉੱਥੇ ਜਿਹੜੇ ਸਿਆਣੇ ਬੈਠੇ ਸਨ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਹੁਣ ਉਸ ਕਮਰੇ ਦੇ ਵਿੱਚੋਂ ਬਾਹਰ ਆਉਣ ਲੱਗਾ ਦੱਸਣ ਵਾਸਤੇ, ਉਸ ਸੋ ਪੀਰ ਨੂੰ ਜਵਾਬ ਦੇਣ ਵਾਸਤੇ ਉੱਠ ਬੈਠਾ ਹੈ। ਆਇਓ ਵਹਿਰ ਮਿਲਿਓ ਤਿਸ ਨਾਲ। ਤੇ ਬਾਹਰ ਆ ਕੇ ਉਸ ਵੇਲੇ ਪੀਰ ਜੀਆਂ ਨੂੰ ਮਾਮਾ ਕਿਰਪਾਲ ਚੰਦ ਜੀ ਮਿਲਣ ਲੱਗੇ ਹਨ। ਸੁਨੋ ਪੀਰ ਜੀ ਆਪ ਮਹਾਨੇ। ਉਸ ਵੇਲੇ ਕੀ ਆ ਕੇ ਆਖਿਆ ਮਾਮਾ ਕਿਰਪਾਲ ਚੰਦ ਜੀ, ਕਹਿਣ ਲੱਗੇ ਪੀਰ ਜੀ ਆਪ ਜੀ ਬਹੁਤ ਮਹਾਨ ਹੋ, ਬੜੀ ਬੰਦਗੀ ਵਾਲੇ ਹੋ, ਬੜੇ ਸਿਮਰਨ ਵਾਲੇ ਹੋ, ਤੁਹਾਡੇ ਵਰਗੇ ਸਤਿਪੁਰਖਾਂ ਦੇ ਦਰਸ਼ਨ ਤੇ ਕਿਸਮਤ ਵਾਲਿਆਂ ਨੂੰ ਹੁੰਦੇ, ਆਪ ਜੀ ਬਹੁਤ ਮਹਾਨ ਹੋ। ਰਹਿਤ ਕਹਿਤ ਕੇ ਸਹਿਤ ਸਿਆਣੇ। ਤੇ ਤੁਸੀਂ ਰਹਿਤ ਮਰਿਆਦਾ ਇਸਲਾਮ ਧਰਮ ਦੀ ਜਿਹੜੀ ਰਹਿਣੀ ਕਹਿਣੀ ਹੈ ਉਹਦੇ ਵਿੱਚ ਪੂਰੇ ਪਰਪੱਕ ਹੋ, ਬੜੇ ਸਿਆਣੇ ਹੋ, ਤੁਹਾਨੂੰ ਸਮਝਾਉਣ ਦੀ ਲੋੜ ਨਹੀਂ, ਤੁਹਾਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਇੱਕ ਧਰਮੀ ਪੁਰਸ਼ ਹੋ, ਬੜੇ ਸਿਆਣੇ ਹੋ, ਤੇ ਸਿਆਣੇ ਬੰਦੇ ਨੂੰ ਸਮਝਾਉਣ ਦੀ ਲੋੜ ਨਹੀਂ ਹੈ। ਬਿਤੇ ਨਾ 3 ਮਹੀਨੇ ਚੀਨਸ। ਅਸੀਂ ਬੱਚੇ ਦੇ ਦਰਸ਼ਨ ਨਹੀਂ ਕਰਵਾ ਸਕਦੇ। ਕਿਉਂ ਨਹੀਂ ਕਰਾ ਸਕਦੇ? ਕਿਉਂਕਿ ਬੱਚਾ ਸਾਡਾ ਹਾਲੇ 3 ਮਹੀਨਿਆਂ ਦਾ ਵੀ ਨਹੀਂ ਹੋਇਆ, ਹਾਲੇ ਤੇ ਛੋਟਾ ਜਿਹਾ, ਕੁਝ ਦਿਨਾਂ ਦਾ। ਏਡੇ ਨਿੱਕੇ ਬੱਚੇ ਨੂੰ ਕਮਰੇ ਚੋਂ ਬਾਹਰ ਕੱਢ ਕੇ ਲਿਆਉਣਾ ਉਹਦੇ ਸਰੀਰ ਵਾਸਤੇ ਖਤਰਾ ਹੋ ਸਕਦਾ। ਹਾਲੇ ਉਹਦੇ ਸਰੀਰ ਨੂੰ 3 ਮਹੀਨਿਆਂ ਦਾ ਵੀ ਸਮਾਂ ਨਹੀਂ ਮਿਲਿਆ, ਹਾਲੇ ਉਹ 3 ਮਹੀਨਿਆਂ ਜੋਗਾ ਵੀ ਨਹੀਂ ਹੋਇਆ। ਇਸ ਕਰਕੇ ਇੰਨੀ ਛੋਟੀ ਉਮਰਾ ਜਾਣ ਕੇ ਅਸੀਂ ਤੁਹਾਨੂੰ ਦਰਸ਼ਨ ਨਹੀਂ ਕਰਵਾ ਸਕਦੇ ਹਾਂ। ਅਜੋ ਨਾ ਬਹਿਰ ਨਿਕਸਨੋ ਕੀਨਸ। ਤੇ ਇਸ ਕਰਕੇ ਮਾਈਆਂ ਬੀਬੀਆਂ ਦਾ ਵਿਚਾਰ ਹੈ ਜਿਹੜੀਆਂ ਅੰਦਰ ਬੈਠੀਆਂ ਨੇ ਵੀ ਜਿੰਨਾ ਚਿਰ 3 ਮਹੀਨਿਆਂ ਦਾ ਬਾਲ ਨਹੀਂ ਹੋ ਜਾਂਦਾ, ਬੱਚਾ ਹੋ ਨਹੀਂ ਜਾਂਦਾ, ਅਸੀਂ ਕਮਰੇ ਚੋਂ ਬਾਹਰ ਨਹੀਂ ਕੱਢਣਾ, ਇਹਨੂੰ ਅੰਦਰ ਹੀ ਰੱਖਣਾ। ਜਿੰਨਾ ਚਿਰ ਉਹ ਅੰਦਰ ਰਹੇਗਾ ਤੁਹਾਨੂੰ ਅੰਦਰ ਜਾਣ ਦਾ ਹੁਕਮ ਨਹੀਂ ਹੋ ਸਕਦਾ। ਇਸ ਕਰਕੇ 3 ਮਹੀਨੇ ਦਾ ਸਮਾਂ ਘੱਟੋ ਘੱਟ ਲੱਗ ਜਾਣਾ। ਆਪ ਜੀ ਕਿਰਪਾ ਕਰਕੇ, ਬੜੇ ਸਿਆਣੇ ਹੋ, ਇਹ ਸਾਡੀ ਬੇਨਤੀ ਮੰਨੋ ਵੀ ਇੰਨੀ ਛੋਟੀ ਉਮਰ ਦਾ ਬਾਲਕ ਬਾਹਰ ਨਹੀਂ ਕੱਢਿਆ ਜਾ ਸਕਦਾ ਹੈ। ਬਾਲਕ ਰੂਪ ਮਿਰਦੁਲ ਸਭ ਅੰਗ। ਕਿਉਂਕਿ ਉਹ ਤੇ ਬੱਚਾ ਹੈ ਨਾ, ਭਾਵੇਂ ਤੁਹਾਡੀ ਨਜ਼ਰਾਂ ਦੇ ਵਿੱਚ ਤੁਸੀਂ ਉਹਨੂੰ ਕੀ ਸਮਝਿਆ ਉਹ ਵੱਖਰੀ ਗੱਲ ਹੈ, ਪਰ ਹੈ ਬਾਲਕ। ਉਹਦੇ ਬੜੇ ਨਾਜ਼ੁਕ ਅੰਗ ਨੇ, ਠੰਡ ਲੱਗ ਸਕਦੀ ਹੈ, ਹਵਾ ਲੱਗ ਸਕਦੀ ਹੈ, ਕੋਮਲ ਕੋਮਲ ਸਰੀਰ ਦੇ ਪੈਰ ਨੇ, ਹੱਥ ਨੇ, ਲੱਤਾਂ ਨੇ, ਉਹਨੂੰ ਕਿਵੇਂ ਚੁੱਕ ਕੇ ਬਾਹਰ ਲਿਆਈਏ, ਕਿਵੇਂ ਲਿਆ ਕੇ ਦਰਸ਼ਨ ਕਰਵਾਈਏ, ਹਾਲੇ ਇਹ ਗੱਲ ਨਹੀਂ ਬੰਨੀ ਹੈ। ਵਾਯੂ ਬੇਗ ਬਹਿ ਹਿਮ ਸੰਗ। ਕਿਉਂਕਿ ਇਸ ਵੇਲੇ ਬੜੀ ਠੰਡੀ ਹਵਾ ਚੱਲਦੀ ਪਈ ਹੈ। 10ਵੇਂ ਪਾਤਸ਼ਾਹ ਦਾ ਅਵਤਾਰ ਵੀ ਤੇ ਠੰਡ ਵਿੱਚ ਹੀ ਹੋਇਆ ਨਾ। ਪੋਹ ਸੁਦੀ 7ਵੀਂ ਨੂੰ ਆਪਾਂ ਮਨਾਉਂਦੇ ਹਾਂ, ਪੋਹ ਦਾ ਮਹੀਨਾ ਠੰਡਾ। ਤੇ ਮਾਮਾ ਕਿਰਪਾਲ ਚੰਦ ਜੀ ਕਹਿੰਦੇ ਵੀ 1 ਮਹੀਨਾ ਠੰਡ ਦਾ, ਇੱਕ ਠੰਡੀ ਹਵਾ ਚੱਲਦੀ ਪਈ ਹੈ, ਤੇ ਅਸੀਂ ਆਪਣੇ ਬੱਚੇ ਨੂੰ ਬਾਹਰ ਕਿਉਂ ਕੱਢੀਏ ਭਾਈ, ਕਿਉਂ ਬਿਮਾਰ ਕਰੀਏ? ਇਸ ਕਰਕੇ ਉਹਦੇ ਦਰਸ਼ਨ ਨਹੀਂ ਹੋ ਸਕਦੇ ਹਨ। ਵਹਿਰ ਨਾ ਆਵੇ ਕਾਰਨ ਇਤੇ। ਇਹ ਸਾਰੇ ਕਾਰਨ ਜਿਹੜੇ ਨੇ ਤੁਹਾਨੂੰ ਦੱਸ ਦਿੱਤੇ ਨੇ ਵੀ ਇੱਕ ਤੇ ਉਹ 3 ਮਹੀਨਿਆਂ ਦਾ ਨਹੀਂ ਹੈ, ਬਿਲਕੁਲ ਕੁਝ ਦਿਨਾਂ ਦਾ ਹੀ ਹੈ। ਤਾਂ ਕਰਕੇ ਦੂਜੀ ਆ ਬਾਹਰ ਠੰਡ ਬੜੀ ਹੈ,
ਹਵਾ ਚੱਲਦੀ ਪਈ ਹੈ, ਇਹ ਸਾਰੇ ਕਾਰਨ ਨੇ। ਅਸੀਂ ਤੁਹਾਨੂੰ ਆਪਣੇ ਬੱਚੇ ਦੇ ਦਰਸ਼ਨ ਨਹੀਂ ਕਰਵਾ ਸਕਦੇ। ਹਾਂ, ਅਲਪ ਅਰਬਲਾ ਅੰਤਰ ਸੇਤ। ਤੇ ਇਸ ਕਰਕੇ ਉਹਨਾਂ ਦੀ ਉਮਰਾਂ ਬਹੁਤ ਜ਼ਿਆਦਾ ਛੋਟੀ ਹੈ। ਛੋਟੀ ਉਮਰਾਂ ਹੋਣ ਕਰਕੇ ਅੰਦਰੋਂ ਬਾਹਰ ਨਹੀਂ ਉਹਨਾਂ ਨੇ ਆਉਣਾ ਤੇ ਤੁਹਾਨੂੰ ਦਰਸ਼ਨ ਨਹੀਂ ਹੋਣੇ ਹਨ। ਮਿਹਰਬਾਨਗੀ ਕਰਕੇ ਫੇਰ। ਇਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਦਰਸ਼ਨ ਤੁਹਾਨੂੰ ਜ਼ਰੂਰ ਕਰਵਾਵਾਂਗੇ। ਇਸ ਵਾਰੀ ਸਾਨੂੰ ਮਾਫੀ ਦੇ ਦਿਓ। ਇੱਕ ਵਾਰੀ ਤੁਸੀਂ ਚਲੇ ਜਾਓ, ਕੋਈ 2-4 ਮਹੀਨੇ ਲੰਘ ਜਾਣਗੇ, ਦੁਬਾਰਾ ਫਿਰ ਆਇਓ। ਮਿਹਰਬਾਨਗੀ ਕਰਕੇ ਫੇਰ ਸਾਡੇ ਤੇ ਮਿਹਰਬਾਨੀ ਕਰੋ ਤੇ ਫਿਰ ਦੁਬਾਰਾ ਆਪ ਜੀ ਨੇ ਇਸ ਕੰਮ ਵਾਸਤੇ ਆਉਣਾ ਹੈ। ਆਵੋਗੇ ਹੋਏ ਲਾਭ ਵਡੇਰ। ਤੇ ਜਦੋਂ ਦੁਬਾਰਾ ਆਓਗੇ ਨਾ, ਫਿਰ ਤੁਹਾਨੂੰ ਦਰਸ਼ਨਾਂ ਦਾ ਲਾਭ ਹੋਵੇਗਾ, ਪਰ ਇਸ ਵਾਰੀ ਨਹੀਂ ਹੋ ਸਕਦਾ। ਕਾਰਨ ਇਹ ਉਮਰਾਂ ਛੋਟੀ ਹੈ। ਜੇ ਤੁਹਾਡੇ ਕੋਲ ਟਾਈਮ ਹੈ, ਸਮਾਂ ਹੈ, ਤੇ ਇੱਥੇ ਰਹੋ ਗੁਰੂ ਘਰ, ਲੰਗਰ ਪ੍ਰਸ਼ਾਦਾ ਛਕੋ ਤੇ 2-3 ਮਹੀਨੇ ਕੱਢੋ। ਮਨ ਵਿੱਚ ਵਿਚਾਰ ਇਹ ਆ ਵੀ ਉਹਨੇ ਚਿਰ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਆ ਜਾਣਗੇ। ਤੇ ਜੇ ਤੁਹਾਡਾ ਕੋਈ ਵਿਗੜਦਾ ਤੇ ਫਿਰ ਆਪਣੇ ਘਰ ਜਾਓ, 2-3 ਮਹੀਨਿਆਂ ਬਾਅਦ ਫਿਰ ਆਇਓ, ਫਿਰ ਤੁਹਾਨੂੰ ਦਰਸ਼ਨ ਹੋਣਗੇ। ਸ੍ਰੀ ਗੁਰੂ ਸਾਹਿਬ ਤਬ ਲਗ ਆਵੇ। ਤੇ ਇੰਨੇ ਚਿਰ ਨੂੰ ਨਾਲੇ ਗੁਰੂ ਪਾਤਸ਼ਾਹ ਆ ਜਾਣਗੇ। ਮਾਮਾ ਕਿਰਪਾਲ ਚੰਦ ਜੀ ਨੇ ਦੱਸ ਹੀ ਦਿੱਤਾ ਵੀ ਇਸ ਵੇਲੇ ਆਪ ਮਾਲਕ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਘਰ ਵਿੱਚ ਨਹੀਂ, 2-4 ਮਹੀਨਿਆਂ ਬਾਅਦ ਉਹਨਾਂ ਨੇ ਵੀ ਆ ਜਾਣਾ, ਫਿਰ ਤੁਸੀਂ ਆਉਣਾ ਕਰਿਓ। ਤਿਨ ਕੋ ਦਰਸੋ ਅਬ ਮਤ ਪਾਵੇ। ਤੇ ਉਹਨਾਂ ਦੇ ਦਰਸ਼ਨ ਕਰਕੇ ਤੇ ਫਿਰ ਅਬ ਮਤ ਤੋਂ ਭਾਵ ਹੈ ਦਰਸ਼ਨ ਕਰਕੇ ਤੇ ਤੁਸੀਂ ਫਿਰ ਜਿਹੜੀ ਹੈ ਦਾਤ ਪ੍ਰਾਪਤ ਕਰਿਓ। ਸ਼ਾਹ ਭੀਖ ਸੁਣ ਕੇ ਪੁਨ ਬੋਲਾ। ਜਦੋਂ ਭੀਖਣ ਸ਼ਾਹ ਨੇ ਸੁਣੀ ਨਾ ਗੱਲ ਤੇ ਸਮਝ ਗਿਆ ਵੀ ਇਹ ਤੇ ਮੈਨੂੰ ਸਿੱਧਾ ਸਿੱਧਾ ਜਵਾਬ ਹੀ ਦਿੰਦੇ ਪਏ। ਐਡੀ ਦੂਰੋਂ ਪੰਜਾਬੋਂ ਚੱਲਿਆ, ਪਟਨਾ ਸਾਹਿਬ ਪਹੁੰਚਿਆ, ਕਹਿ ਕੇ ਆਇਆ ਵੀ ਮੈਂ ਤੇ ਦਰਸ਼ਨ ਕਰਨੇ, ਇਹ ਮੈਨੂੰ ਟਾਲਦੇ ਪਏ ਨੇ। ਤੇ ਸੁਣ ਕੇ ਗੱਲਾਂ ਤੇ ਫਿਰ ਭੀਖਣ ਸ਼ਾਹ ਪੀਰ ਨੇ ਅੱਗੋਂ ਬੇਨਤੀ ਕੀਤੀ, ਮਹਾਪੁਰਸ਼ ਅਵਤਰਿਓ ਅਡੋਲਾ। ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਡਰਨ ਦੀ ਲੋੜ ਨਹੀਂ, ਮੈਂ ਦਰਸ਼ਨ ਕਰਨ ਆਇਆ। ਇਹ ਮਹਾਂਪੁਰਖ ਹੈ, ਇਹ ਅਵਤਾਰ ਆਏ ਦੁਨੀਆ ਤੇ। ਤੁਹਾਡੀ ਨਜ਼ਰ ਵਿੱਚ ਇਹ ਬਾਲਕ ਨੇ, ਬੱਚੇ ਨੇ। ਤੁਸੀਂ ਕਿਹਾ ਵੀ 3 ਮਹੀਨੇ ਤੱਕ ਅਸੀਂ ਘਰੋਂ ਬਾਹਰ ਨਹੀਂ ਕੱਢਾਂਗੇ, ਠੰਡੀ ਹਵਾ ਲੱਗੇਗੀ। ਪਰ ਜਿੱਥੋਂ ਤੱਕ ਮੈਨੂੰ ਗਿਆਨ ਹੈ, ਮੈਨੂੰ ਸੋਝੀ ਹੈ, ਮੇਰੀ ਬੰਦਗੀ ਹੈ ਨਾ, ਮੈਂ ਉੱਥੋਂ ਤੱਕ ਇਹ ਤੁਹਾਨੂੰ ਦੱਸ ਦਿੰਦਾ ਵੀ ਇਹ ਬਾਲਕ ਆਮ ਨਹੀਂ, ਇਹ ਤੇ ਮਹਾਂਪੁਰਖ ਹੈ, ਇਹ ਅਵਤਾਰ ਆਇਆ ਹੈ, ਇਹ ਰੱਬ ਦਾ ਰੂਪ ਬਾਲਕ ਹੈ। ਮੈਂ ਤਾਂ ਇਹਦੇ ਦਰਸ਼ਨਾਂ ਨੂੰ ਚਾਹੁੰਦਾ ਹਾਂ। ਦੇ ਦੁਸ਼ਮਨ ਕੋ ਦੋਜ਼ਕ ਦੁੱਖ ਕੋ। ਤੇ ਇਹ ਦੁਸ਼ਮਣਾਂ ਨੂੰ ਨਰਕਾਂ ਦਾ ਦੁੱਖ ਦੇਵੇਗਾ। ਜਿਹੜੇ ਇਹਦੇ ਦੁਸ਼ਮਣ ਬਣਨਗੇ ਨਾ, ਉਹ ਨਰਕਾਂ ਵਿੱਚ ਜਾ ਕੇ ਡਿੱਗਣਗੇ। ਦੁਸ਼ਮਣਾਂ ਨੂੰ ਨਰਕਾਂ ਦਾ ਦੁੱਖ ਦੇਣ ਵਾਲਾ ਹੈ। ਪ੍ਰਿਯ ਸੇਵਕ ਲਹਿ ਕੇਵਲ ਸੁਖ। ਜਿਹੜੇ ਇਹਦੇ ਸੇਵਕ ਬਣਨਗੇ ਨਾ ਇਸ ਬੱਚੇ ਦੇ, ਉਹ ਕੇਵਲ ਮੋਕਸ਼ ਨੂੰ ਪ੍ਰਾਪਤ ਕਰਨਗੇ। ਮੁਕਤੀ ਦੀ ਦਾਤ ਐਵੇਂ ਨਹੀਂ ਮਿਲ ਜਾਂਦੀ ਹੈ। ਮੁਕਤ ਹੋਣਾ ਬੜਾ ਹੀ ਔਖਾ ਸੰਸਾਰ ਵਿੱਚ। ਪਰ ਭੀਖਣ ਸ਼ਾਹ ਦਾਅਵੇ ਨਾਲ ਕਹਿੰਦਾ, ਜਿਹੜਾ ਇਸ ਬਾਲਕ ਦੇ ਨਾਲ ਪ੍ਰੇਮ ਕਰੇਗਾ ਨਾ, ਇਹਦੀ ਦੱਸੀ ਹੋਈ ਗੱਲ ਦੇ ਉੱਪਰ ਯਕੀਨ ਕਰੇਗਾ, ਇਹਦੇ ਕਹੇ ਹੋਏ ਮਾਰਗ ਤੇ ਚੱਲੇਗਾ, ਇਹ ਬਾਲਕ ਉਹਨਾਂ ਨੂੰ ਮੁਕਤੀ ਦੀ ਦਾਤ ਦਵਾਵੇਗਾ। ਐਡੀ ਵੱਡੀ ਦਾਤ ਲੈ ਕੇ ਦੁਨੀਆ ਤੇ ਆਇਆ ਹੈ। ਤੁਮ ਚਿੰਤਾ ਚਿਤ ਮੈਂ ਕਿਮ ਕਯੋ। ਤੇ ਹੁਣ ਪੀਰ ਜਾਣੀ ਜਾਣ ਗੁਰਮੁਖੋ, ਜਿਹਨੂੰ ਪੰਜਾਬ ਦੇ ਵਿੱਚ ਬੈਠਿਆਂ ਇਹ ਪਤਾ ਲੱਗ ਗਿਆ ਵੀ ਅੱਜ ਖੁਦਾ ਪਟਨੇ ਦੇ ਵਿੱਚ ਪ੍ਰਗਟ ਹੋ ਗਿਆ, ਬਿਨਾਂ ਦੱਸੇ ਤੋਂ ਆਪਣੇ ਆਪ ਹੀ ਜਾਂਦਾ ਪਿਆ ਦਰਸ਼ਨ ਕਰਨ ਵਾਸਤੇ। ਤੇ ਉਹਨੂੰ ਇਹ ਨਹੀਂ ਪਤਾ ਲੱਗਾ ਵੀ ਇਹਨਾਂ ਨੇ ਅੰਦਰ ਕੀ ਸਲਾਹ ਕੀਤੀ ਹੈ ਤੇ ਇਹਦੇ ਮਾਮੇ ਦੇ ਮਨ ਵਿੱਚ ਕੀ ਵਿਚਾਰ ਹੈ। ਜਾਣੀ ਜਾਣ ਹੈ, ਪੀਰ ਜਾਣ ਗਿਆ। ਕਹਿਣ ਲੱਗਾ, ਤੁਸੀਂ ਮਨ ਵਿੱਚ ਚਿੰਤਾ ਨਾ ਕਰੋ। ਜਿਹੜੀ ਚਿੰਤਾ ਤੁਸੀਂ ਪਾਲੀ ਬੈਠੇ ਹੋ ਵੀ ਉਹ ਰੰਗ ਜੇ ਬੜਾ ਪਾਪੀ ਹੈ ਤੇ ਉਹਨੇ ਗੁਰੂ ਘਰ ਨਾਲ ਵੈਰ ਕੀਤਾ, ਹੁਣ ਸਿੱਧੇ ਬਚਨ ਤੇ ਨਹੀਂ ਕਹੇ, ਪਰ ਉਹਨੇ ਇਸ਼ਾਰਾ ਦੇ ਦਿੱਤਾ ਵੀ ਚਿੰਤਾ ਨਾ ਕਰੋ। ਜੋ ਤੁਸੀਂ ਸੋਚੀ ਬੈਠੇ ਹੋ ਮੈਂ ਉਹ ਕਰਨ ਨਹੀਂ ਆਇਆ, ਮੈਂ ਤੇ ਦਿਦਾਰਾ ਕਰਨ ਆਇਆ, ਦਰਸ਼ਨ ਕਰਨ ਆਇਆ। ਇਸ ਕਰਕੇ ਚਿੰਤਾ ਨਾ ਕਰੋ। ਚਿੰਤ ਨਿਸਾ ਕੋ ਸੂਰਜ ਭਇਓ। ਕਿਉਂਕਿ ਜਿਹੜਾ ਤੁਹਾਡੇ ਘਰੇ ਬਾਲਕ ਆਇਆ ਹੈ ਨਾ, ਜਿਵੇਂ ਸੂਰਜ ਦਾ ਚਾਨਣ ਰਾਤ ਨੂੰ, ਰਾਤ ਦੇ ਹਨੇਰੇ ਨੂੰ ਖਤਮ ਕਰ ਦਿੰਦਾ ਹੈ, ਇਸ ਬਾਲਕ ਨੇ ਤੁਹਾਡੇ ਮਨ ਦੀ ਚਿੰਤਾ ਖਤਮ ਕਰ ਦੇਣੀ ਹੈ। ਫਿਕਰ ਕਰਨ ਦੀ ਲੋੜ ਨਹੀਂ ਇਹਦੇ ਹੁੰਦਿਆਂ। ਇਹਦੇ ਵਰਗਾ ਮਹਾਂਪੁਰਖ ਕਦੇ ਦੁਨੀਆ ਤੇ ਆਇਆ ਨਹੀਂ। ਇਸ ਕਰਕੇ ਚਿੰਤਾ ਨਾ ਕਰੋ ਤੇ ਮੈਨੂੰ ਇਹਦੇ ਦਰਸ਼ਨ ਕਰ ਲੈਂਦੇ ਹੋ। ਔਰ ਮੈਂ ਭਰਮ ਕਰੋ ਨਾ ਕੈਸੇ। ਇਸ ਕਰਕੇ ਮਨ ਵਿੱਚ ਭਰਮ ਕੋਈ ਨਾ ਕਰੋ। ਆਪਾਂ ਅਵਤਾਰ ਦਿਹਾੜਾ ਮਨਾਉਂਦੇ ਆ ਨਾ, 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਈਦਾ, ਉਦੋਂ ਆਪਾਂ ਕਥਾ ਸਰਵਣ ਕਰੀਦੀ ਹੈ। ਤੇ ਆਪਾਂ ਇੰਨਾ ਬਚਨੀ ਸਰਵਣ ਕਰਦੇ ਆਂ ਵੀ ਭੀਖਣ ਸ਼ਾਹ ਆਇਆ ਸੀ ਦਰਸ਼ਨ ਕਰਨ ਤੇ ਉਸਨੇ ਪਾਣੀ ਦੀਆਂ ਕੁਜੀਆਂ ਤੇ ਦੁੱਧ ਦੀਆਂ ਕੁਜੀਆਂ ਲਿਆਂਦੀਆਂ। ਪਰ ਆ ਜਿਹੜੇ ਅਮੋਲਕ ਬਚਨ ਆਪਾਂ ਅੱਜ ਸੁਣਦੇ ਪਏ ਆ, ਇਹ ਨਹੀਂ ਸੁਣਨ ਵਾਸਤੇ ਮਿਲਦੇ, ਕਿਉਂਕਿ ਉਦੋਂ ਸਮਾਂ ਥੋੜਾ ਹੁੰਦਾ। ਥੋੜੇ ਸਮੇਂ ਵਿੱਚ ਸਾਰਾ ਇਤਿਹਾਸ ਸੁਣਾਉਣਾ, ਮੋਟੀਆਂ-ਮੋਟੀਆਂ ਗੱਲਾਂ ਹੀ ਸੁਣਨ ਵਾਸਤੇ ਮਿਲਦੀਆਂ, ਬਰੀਕੀ ਵਿੱਚ ਨਹੀਂ ਜਾਇਆ ਜਾਂਦਾ। ਪਰ ਤੇ ਹੁਣ ਤੇ ਆਪਣੇ ਕੋਲ ਸਮਾਂ ਖੁੱਲ੍ਹਾ, ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਵੀ ਆਪਾਂ ਸਰਵਣ ਕਰ ਸਕਦੇ। ਕਹਿਣ ਲੱਗੇ ਉਸ ਵੇਲੇ ਪੀਰ ਕਹਿੰਦਾ ਪਿਆ, ਕਹਿੰਦਾ ਭਾਈ ਬਚਨ ਇਹ ਹੈ ਕਿ ਤੁਸੀਂ ਆਪਣੇ ਮਨ ਵਿੱਚ ਭਰਮ ਨਾ ਕਰੋ, ਕਿਸੇ ਗੱਲ ਦਾ ਫਿਕਰ ਨਾ ਕਰੋ।
ਮੈਂ ਤੇ ਪ੍ਰੇਮੀ ਆ, ਪ੍ਰੇਮ ਦੀ ਭਾਵਨਾ ਲੈ ਕੇ ਆਇਆ ਹਾਂ। ਭਰਮ ਤਪਤ ਕੋ ਨਿਸਪਤ ਜੈਸੇ। ਕਹਿਣ ਲੱਗੇ ਜਿਵੇਂ ਭਰਮ ਨੂੰ ਖਤਮ ਕਰਨ ਵਾਸਤੇ ਜਾਂ ਤਪਸ਼ ਨੂੰ ਖਤਮ ਕਰਨ ਵਾਸਤੇ ਚੰਦਰਮਾ ਜਿਹੜਾ ਹੈ ਨਾ, ਉਹ ਤਪਸ਼ ਨੂੰ ਖਤਮ ਕਰਦਾ। ਚੰਦਰਮਾ ਦੀ ਰੋਸ਼ਨੀ ਠੰਡੀ ਹੁੰਦੀ ਹੈ ਤੇ ਹਨੇਰੇ ਨੂੰ ਵੀ ਚੰਦਰਮਾ ਦੀ ਰੋਸ਼ਨੀ ਪਰੇ ਕਰ ਦਿੰਦੀ। ਚਾਂਦਨੀ ਰਾਤ ਹੋਵੇ ਤੇ ਸਭ ਕੁਝ ਲੱਭਦਾ ਹੈ। ਕਹਿਣ ਲੱਗੇ ਬਾਲਕ ਚੰਦਰਮਾ ਵਰਗਾ ਹੈ ਜਿਹੜਾ ਤੁਹਾਡੇ ਘਰ ਵਿੱਚ ਆਇਆ। ਇਹ ਭਰਮ ਦੀ ਤਪਸ਼ ਵੀ ਦੂਰ ਕਰੇਗਾ ਤੇ ਮਨ ਦਾ ਅੰਧਕਾਰ ਵੀ ਦੂਰ ਕਰੇਗਾ। ਐਸਾ ਬਾਲਕ ਹੈ ਤੇ ਮੈਨੂੰ ਦਰਸ਼ਨ ਕਰ ਲੈਂਦੇ ਹੋ। ਤਰਾਸ ਤਜੋ ਨਹਿ ਰੰਚਕ ਕੀਜੈ। ਇਸ ਕਰਕੇ ਥੋੜਾ ਜਿੰਨਾ ਵੀ ਡਰ ਨਾ ਮੰਨੋ। ਇੱਕ ਤਾਂ ਹੁੰਦਾ ਨਾ ਬਹੁਤਾ ਡਰ, ਬਹੁਤੇ ਡਰ ਨੂੰ ਛੱਡੋ। ਤੁਸੀਂ ਨਿੱਕਾ ਜਿੰਨਾ ਵੀ ਮੇਰੇ ਤੋਂ ਡਰ ਨਾ ਮੰਨੋ। ਫਿਕਰ ਨਾ ਕਰੋ ਮੇਰੇ ਵੱਲੋਂ, ਮੈਂ ਕੋਈ ਨੁਕਸਾਨ ਨਹੀਂ ਕਰਾਂਗਾ। ਇਸ ਕਰਕੇ ਡਰ ਤੋਂ ਪਰੇ ਹੋ ਕੇ ਤਰਾਸ ਤਿਮਰ ਕੋ ਦੀਪ ਜਨੀਜੈ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਹਨੇਰੇ ਨੂੰ ਖਤਮ ਕਰਨ ਵਾਸਤੇ ਦੀਵਾ ਨੇ। ਜਿਵੇਂ ਦੀਵਾ ਜਗੇ, ਲਾਈਟ ਜਗੇ, ਬਲਬ ਜਗਦਾ ਤੇ ਹਨੇਰਾ ਦੂਰ ਹੁੰਦਾ ਹੈ, ਡਰ ਰੂਪੀ ਹਨੇਰੇ ਨੂੰ ਖਤਮ ਕਰਨ ਵਾਸਤੇ ਬਾਲਕ ਦੀਵਾ ਹੈ, ਜਿਸ ਦੇ ਪ੍ਰਕਾਸ਼ ਦੇ ਨਾਲ ਦੁਨੀਆ ਨੇ ਪ੍ਰਕਾਸ਼ਿਤ ਹੋਣਾ ਹੈ। ਸਭ ਆਲਮ ਕੋ ਖਾਵੰਦ ਹੋਵਾ। ਇਹ ਜਿਹੜਾ ਬਾਲਕ ਹੈ ਤੁਹਾਡੇ ਘਰ ਵਿੱਚ, ਇਹ ਸਾਰੀ ਦੁਨੀਆ ਦਾ ਮਾਲਕ ਹੈ। ਤੁਸੀਂ ਕੀ ਸਮਝਦੇ ਹੋ ਵੀ ਬੱਚਾ ਹੋ? ਤੁਸੀਂ ਤੇ ਬੱਚਾ ਸਮਝ ਕੇ ਕਹਿੰਦੇ ਹੋ ਵੀ ਠੰਡ ਲੱਗੇਗੀ, ਹਵਾ ਲੱਗੇਗੀ, ਪਰ ਮੈਂ ਜਾਣਦਾ ਹਾਂ ਪੂਰੀ ਦੁਨੀਆ ਦਾ ਮਾਲਕ ਅੱਜ ਦੁਨੀਆ ਤੇ ਆਇਆ। ਅੱਜ ਪਰਮੇਸ਼ਰ ਆਪ ਆਇਆ ਦੁਨੀਆ ਦੇ ਵਿੱਚ। ਇਸ ਕਰਕੇ ਤੁਸੀਂ ਫਿਕਰ ਨਾ ਕਰੋ। ਇਹ ਅਵਤਾਰ ਧਰਮ ਹਿਤ ਜੋ। ਤੇ ਉਸ ਵੇਲੇ ਪੀਰ ਨੇ ਦੱਸ ਦਿੱਤਾ। ਅਜੇ ਨਾਵੇਂ ਪਾਤਸ਼ਾਹ ਤੇ ਬਾਹਰ ਹੀ ਨੇ, ਉਹਨਾਂ ਨੂੰ ਤੇ ਪਤਾ ਵੀ ਸਾਡੇ ਘਰ ਵਿੱਚ ਪਰਮੇਸ਼ਰ ਆਪ ਆ ਗਿਆ, ਪਰ ਆਮ ਆਪਣੇ ਵਰਗੇ ਜਿਹੜੇ ਉੱਥੇ ਲੋਕ ਸਨ, ਸੰਗਤ ਸੀ, ਉਹਨਾਂ ਨੂੰ ਪਤਾ ਨਹੀਂ। ਪਰ ਭੀਖਣ ਸ਼ਾਹ ਨੇ ਦੱਸਿਆ, ਕਹਿਣ ਲੱਗਾ ਵੀ ਤੁਹਾਡੇ ਘਰੇ ਮਾਲਕ ਆ ਗਿਆ ਸ੍ਰਿਸ਼ਟੀ ਦਾ ਆਪ। ਇਸ ਕਰਕੇ ਭਰਮ ਨਾ ਕਰੋ। ਦਰਸ਼ਨ ਲੈ ਇਹਾਂ ਹਮ ਵੈਸੇ। ਤੇ ਮੈਂ ਤੇ ਦਰਸ਼ਨ ਕਰਕੇ ਜਾਵਾਂਗਾ। ਕਿਉਂਕਿ ਵਿਦਵਾਨਾਂ ਨੇ ਲਿਖਿਆ ਵੀ ਜਿਹੜਾ ਸਾਧੂ ਹੁੰਦਾ ਨਾ, ਸਾਧੂ ਦਾ ਹੱਠ ਬੜਾ ਹੁੰਦਾ। ਸਾਧੂ ਜਿਸ ਗੱਲ ਦਾ ਹੱਠ ਕਰ ਲਵੇ ਪੂਰੀ ਕਰਕੇ ਹਟਦਾ ਹੈ। ਤੇ ਇਹ ਵੀ ਸਾਧੂ ਹੀ ਹੈ ਨਾ ਪੀਰ। ਕਹਿਣ ਲੱਗਾ ਵੀ ਤੁਸੀਂ ਦਰਸ਼ਨ ਨਹੀਂ ਨਾ ਕਰਾਏ ਮੈਨੂੰ, ਠੰਡ ਲੱਗੇਗੀ ਆਖਦੇ ਹੋ, ਤੇ ਫਿਰ ਮੇਰੀ ਵੀ ਜਿੱਦ ਹੈ, ਮੈਂ ਦਰਸ਼ਨ ਕੀਤੇ ਬਿਨਾਂ ਜਾਣਾ ਹੀ ਕੋਈ ਨਹੀਂ ਇੱਥੋਂ। ਮੈਂ ਨਹੀਂ ਜਾਂਦਾ, ਮੈਂ ਤਾਂ ਇੱਥੇ ਹੀ ਬੈਠਾਂਗਾ ਧਰਨਾ ਮਾਰ ਕੇ। ਮੈਂ ਦਰਸ਼ਨਾਂ ਤੋਂ ਬਿਨਾਂ ਜਾਣਾ ਨਹੀਂ ਹੈ। ਘਟ ਘਟ ਮਾਲਕ ਪ੍ਰੇਰਾਂ ਜੈਸੇ। ਕਿਉਂਕਿ ਤੁਹਾਡਾ ਕਸੂਰ ਕੋਈ ਨਹੀਂ ਹੈ। ਜਿਹਦੇ ਮੈਂ ਦਰਸ਼ਨ ਕਰਨ ਆਇਆ ਉਹ ਤੇ ਹਰੇਕ ਹਿਰਦੇ ਦਾ ਮਾਲਕ ਹੈ, ਜਿਹੜਾ ਮੇਰੇ ਮਨ ਨੂੰ ਪ੍ਰੇਰ ਕੇ ਮੈਨੂੰ ਖਿੱਚ ਕੇ ਇੱਥੇ ਲਿਆ ਸਕਦਾ। ਤੁਹਾਡੇ ਮਨ ਨੂੰ ਪ੍ਰੇਰ ਕੇ ਕਿ ਉਹ ਮੈਨੂੰ ਦਰਸ਼ਨ ਨਹੀਂ ਦੇਵੇਗਾ ਆ ਕੇ? ਮੈਨੂੰ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਹੈ। ਤੁਸੀਂ ਕੀ ਸੋਚਦੇ ਪਏ ਹੋ, ਕੋਈ ਪਰਵਾਹ ਨਹੀਂ ਹੈ। ਜਿਸ ਬਾਲਕ ਨੇ, ਜਿਸ ਪਰਮੇਸ਼ਰ ਨੇ ਬਾਲਕ ਦੇ ਰੂਪ ਦੇ ਵਿੱਚ ਆ ਕੇ ਮੈਨੂੰ ਪੰਜਾਬ ਤੋਂ ਖਿੱਚਿਆ, ਤੇ ਮੈਂ ਉਹਦੇ ਪ੍ਰੇਮ ਦੀ ਭਾਵਨਾ ਨਾਲ ਇੰਨਾ ਪੰਧ ਤੁਰ ਕੇ ਇੱਥੇ ਆ ਗਿਆ ਦਰਸ਼ਨ ਕਰਨ ਵਾਸਤੇ। ਤੇ ਜੇ ਮੈਂ ਇੱਥੇ ਬੈਠਾਂਗਾ ਤੇ ਕੀ ਗੱਲ ਉਹ ਤੁਹਾਡੇ ਮਨ ਨਹੀਂ ਬਦਲੇਗਾ? ਤੁਹਾਡੇ ਮਨ ਵਿੱਚ ਪ੍ਰੇਮ ਨਹੀਂ ਪੈਦਾ ਕਰੇਗਾ? ਤੁਹਾਨੂੰ ਨਹੀਂ ਉਹ ਪ੍ਰੇਰੇਗਾ ਵੀ ਤੁਸੀਂ ਮੈਨੂੰ ਦਰਸ਼ਨ ਕਰਵਾਓ? ਮੈਨੂੰ ਉਹਦੇ ਤੇ ਪੂਰਾ ਭਰੋਸਾ, ਪਰ ਮੈਂ ਇੱਥੋਂ ਨਹੀਂ ਜਾਣਾ ਹੈ। ਪਰ ਵਿਸ਼ਿਓ ਅੰਤਰ ਬਹੁਰ ਕਿਰਪਾਲੂ। ਤੇ ਉਸ ਵੇਲੇ ਮਾਮਾ ਕਿਰਪਾਲ ਚੰਦ ਨੇ ਵੇਖਿਆ ਵੀ ਪੀਰ ਤੇ ਜਿੱਦ ਕਰਕੇ ਬੈਠ ਗਿਆ। ਦੁਬਾਰਾ ਫਿਰ ਆਖਿਆ, ਕਹਿਣ ਲੱਗੇ ਪੀਰ ਜੀ ਇੱਕ ਵਾਰੀ ਫਿਰ ਇੱਥੇ ਰੁਕੋ। ਤੇ ਮੈਂ ਫਿਰ ਦੁਬਾਰਾ ਜਾਂਦਾ, ਦੁਬਾਰਾ ਆਗਿਆ ਲੈ ਕੇ ਆਉਂਦਾ, ਬੀਬੀਆਂ ਦੇ ਕੋਲੋਂ ਫਿਰ ਪੁੱਛਦਾ ਜਾ ਕੇ। ਹੋ ਸਕਦਾ ਮੰਨ ਹੀ ਜਾਣ ਤੇ ਮੈਂ ਦਰਸ਼ਨ ਕਰਵਾ ਦਿਆਂਗਾ। ਪੀਰ ਨੂੰ ਫਿਰ ਉੱਥੇ ਬਿਠਾਇਆ। ਮਾਮਾ ਕਿਰਪਾਲ ਚੰਦ ਜੀ ਫਿਰ ਅੰਦਰ ਗਏ ਹਨ। ਕਰਿਓ ਜਨਾਬਨ ਅਖਲ ਹਵਾਲੂ। ਤੇ ਸਾਰਾ ਜਿਹੜੀਆਂ ਪੀਰ ਨੇ ਗੱਲਾਂ ਕਹੀਆਂ ਨਾ, ਵੀ ਜਿਵੇਂ ਬੱਚਾ ਆਮ ਨਹੀਂ ਹੈ, ਇਹ ਅਵਤਾਰ ਹੈ, ਦੁਨੀਆ ਦਾ ਭਲਾ ਕਰਨ ਆਇਆ ਹੈ, ਮੁਕਤੀ ਕਰਨ ਆਇਆ, ਇਹ ਸਾਰੀਆਂ ਗੱਲਾਂ ਮਾਮਾ ਕਿਰਪਾਲ ਚੰਦ ਜੀਆਂ ਨੇ ਜਾ ਕੇ ਅੰਦਰ ਫਿਰ ਦਸੀਆਂ। ਆਪਣੀ ਭੈਣ ਨੂੰ, ਮਾਤਾ ਗੁਜਰੀ ਜੀਆਂ ਨੂੰ, ਮਾਤਾ ਨਾਨਕੀ ਜੀਆਂ ਨੂੰ ਜਾ ਕੇ ਫਿਰ ਦੱਸਿਆ ਵੀ ਪੀਰ ਬਾਹਰ ਖਲੋਤਾ ਇਸ ਤਰ੍ਹਾਂ ਆਖਦਾ ਹੈ। ਰਹੇ ਟਾਰ ਨ ਟਰੇ ਅਰੇ ਮੈਂ ਹੈ। ਬੜਾ ਉਹਨੂੰ ਟਾਲਿਆ। ਮੈਂ ਆਖਿਆ ਵੀ 3 ਮਹੀਨੇ ਬਾਅਦ ਆ ਜਿਓ, ਜਾਂ 3 ਮਹੀਨੇ ਇੱਥੇ ਬੈਠੇ ਰਹੋ, ਪ੍ਰਸ਼ਾਦਾ ਪਾਣੀ ਛਕੋ। ਤੁਸੀਂ ਤੇ ਸਾਧੂ ਸੰਤੋ, ਸਾਧੂਆਂ ਸੰਤਾਂ ਨੂੰ ਕਿਹੜਾ ਕੰਮ ਹੈ ਨਾਮ ਹੀ ਜਪਣਾ, ਜਿੱਥੇ ਮਰਜ਼ੀ ਬੈਠ ਕੇ ਜਪੀ ਜਾਣ। ਮੈਂ ਟਾਲਿਆ ਤੇ ਬਹੁਤ ਹੈ, ਪਰ ਭੈਣ ਉਹ ਪੀਰ ਟਲਿਆ ਨਹੀਂ। ਉਹ ਤੇ ਜਿੱਦ ਕਰਕੇ ਬੈਠ ਗਿਆ ਵੀ ਮੈਂ ਦਰਸ਼ਨ ਕਰਨੇ ਹਨ। ਸਾਹਸ ਪਕਰੇ ਪੌਰ ਉੱਥੇ ਰਹੇ। ਸੋ ਉਹ ਬੜੇ ਸਾਹਸ ਦੇ ਨਾਲ ਦਰਵਾਜ਼ੇ ਦੇ ਉੱਪਰ ਹੱਠ ਧਾਰ ਕੇ ਬੈਠ ਗਿਆ। ਕਹਿਣ ਲੱਗਾ ਵੀ ਦਰਵਾਜ਼ਾ ਨਹੀਂ ਛੱਡਦਾ ਮੈਂ ਇਸ ਘਰ ਦਾ ਕੂਕਰ ਹਾਂ, ਤੇ ਕੂਕਰ ਦਾ ਕੰਮ ਹੈ ਦਰਵਾਜ਼ੇ ਤੇ ਬੈਠਣਾ। ਮੈਂ ਆਪਣੇ ਆਪ ਨੂੰ ਕੂਕਰ ਜਾਣ ਕੇ ਤੁਹਾਡੇ ਦਰਵਾਜ਼ੇ ਤੇ ਬੈਠਾ। ਤੁਹਾਨੂੰ ਮਾੜਾ ਚੰਗਾ ਮੈਂ ਕੋਈ ਨਹੀਂ ਕਹਿੰਦਾ, ਨਹੀਂ ਦਰਸ਼ਨ ਕਰਾਉਣੇ ਨਾ ਕਰਾਓ, ਪਰ ਮੈਂ ਦਰਵਾਜ਼ੇ ਤੋਂ ਕੋਈ ਨਹੀਂ ਹਿੱਲਦਾ। ਮੈਂ ਤੇ ਇੱਥੇ ਬੈਠਣਾ ਹੈ। ਬਿਨਾਂ ਬਲੋਕੇ ਲੋਚਨ ਆਗੇ। ਉਹ ਕਹਿਣ ਲੱਗਾ ਵੀ ਮੈਂ ਆਪਣੇ ਨੇਤਰਾਂ ਦੇ ਨਾਲ ਜਿੰਨਾ ਚਿਰ ਦਰਸ਼ਨ ਨਹੀਂ ਕਰਦਾ, ਮੈਂ ਉਹਨਾਂ ਚਿਰ ਇੱਥੋਂ ਅੱਗੇ ਨਹੀਂ ਜਾਣਾ। ਮੈਂ ਦਰਸ਼ਨ ਕਰਨੇ ਤੇ ਫਿਰ ਜਾਣਾ ਹੈ। ਤਬ ਲਓ ਖਾਨ ਪਾਨ ਸਭ ਤਿਆਗੇ। ਤੇ ਪੀਰ ਨੇ ਇੱਕ ਗੱਲ ਹੋਰ ਕਹਿ ਦਿੱਤੀ। ਕਹਿਣ ਲੱਗਾ ਕਿਰਪਾਲ ਚੰਦ ਜੀ, ਇਹ ਨਾ ਸੋਚਿਓ ਵੀ ਮੈਂ ਇੱਥੇ ਬੈਠਾ ਤੇ ਰਾਸ਼ਨ ਪਾਣੀ ਖਾਵਾਂਗਾ। ਨਹੀਂ,
ਅੰਨ ਖਾਣਾ ਤੇ ਦੂਰ ਦੀ ਗੱਲ ਹੈ, ਮੈਂ ਉਹਨਾਂ ਚਿਰ ਆਪਣੇ ਮੂੰਹ ਦੇ ਵਿੱਚ ਪਾਣੀ ਦੀ ਬੂੰਦ ਨਹੀਂ ਪਾਵਾਂਗਾ, ਮੈਂ ਪਾਣੀ ਵੀ ਨਹੀਂ ਪੀਵਾਂਗਾ ਜਿੰਨਾ ਚਿਰ ਦਰਸ਼ਨ ਨਹੀਂ ਹੋਣਗੇ। ਜਿਹਨੇ ਮੈਨੂੰ ਪ੍ਰੇਰ ਕੇ ਪੰਜਾਬ ਤੋਂ ਲਿਆਂਦਾ ਹੈ ਉਹ ਤੁਹਾਡੇ ਮਨ ਨੂੰ ਪ੍ਰੇਰੇਗਾ, ਪਰ ਪ੍ਰੇਰੇਗਾ ਉਦੋਂ ਜਦੋਂ ਮੈਂ ਭਾਵਨਾ ਦੇ ਨਾਲ ਕੁਝ ਸੇਵਾ ਕਰਾਂਗਾ, ਕੁਝ ਭਾਵਨਾ ਦੇ ਉੱਪਰ ਭਰੋਸਾ ਰੱਖਾਂਗਾ, ਤਾਂ ਗੱਲ ਬੰਨੀ ਹੈ। ਪੀਰ ਨੇ ਆਖਿਆ ਵੀ ਮੈਂ ਭੋਜਨ ਨਹੀਂ ਛਕਣਾ, ਭੋਜਨ ਤੇ ਛੱਡੋ, ਮੈਂ ਤੇ ਪਾਣੀ ਤੱਕ ਨਹੀਂ ਉਹਨਾਂ ਚਿਰ ਪੀਣਾ ਜਿੰਨਾ ਚਿਰ ਤੁਸੀਂ ਦਰਸ਼ਨ ਨਹੀਂ ਕਰਵਾਉਂਦੇ। ਐਸਾ ਹੱਠ ਲੈ ਕੇ, ਐਸੀ ਜਿੱਦ ਲੈ ਕੇ ਪੀਰ ਬੈਠ ਗਿਆ ਹੈ। ਜਾਣੀ ਜਾਏ ਨਹੀਂ ਗਤ ਮਨ ਕੀ। ਤੇ ਹੁਣ ਜਾਣਿਆ ਨਹੀਂ ਜਾਂਦਾ। ਮਾਮਾ ਕਿਰਪਾਲ ਚੰਦ ਜੀ ਕਹਿੰਦੇ ਵੀ ਮੈਂ ਇਹਨੂੰ ਨਹੀਂ ਸਮਝ ਆਉਂਦੀ ਵੀ ਉਹਦੇ ਮਨ ਵਿੱਚ ਕੀ ਹੈ। ਜਿੱਦਾਂ ਉਹ ਕਹਿੰਦਾ ਪਿਆ ਵੀ ਮੈਂ ਪਾਣੀ ਨਹੀਂ ਪੀਵਾਂਗਾ, ਰੋਟੀ ਨਹੀਂ ਖਾਵਾਂਗਾ, ਦਰਸ਼ਨਾਂ ਤੋਂ ਬਿਨਾਂ ਜਾਵਾਂਗਾ ਨਹੀਂ, ਤੇ ਇਸ ਤਰ੍ਹਾਂ ਤੇ ਲੱਗਦਾ ਵੀ ਉਹ ਬਹੁਤ ਵੱਡਾ ਭਗਤ ਹੈ ਤੇ ਭਗਤ ਨੂੰ ਦਰਸ਼ਨ ਕਰਵਾਉਣੇ ਚਾਹੀਦੇ। ਤੇ ਜੇ ਔਰੰਗਜ਼ੇਬ ਦੇ ਵੱਲੇ ਵੇਖੀਏ ਵੀ ਉਹ ਬੜਾ ਪਾਪੀ ਹੈ, ਕੁਕਰਮੀ ਹੈ, ਗੁਰੂ ਘਰ ਨਾਲ ਵੈਰ ਕਰਦਾ, ਤੇ ਫਿਰ ਸੋਚੀਦਾ ਵੀ ਛਲਣਾ ਕਿਤੇ ਕਰਦਾ ਹੋਵੇ। ਪਰ ਅਸਲੀ ਗੱਲ ਨਹੀਂ ਜਾਣੀ ਜਾਂਦੀ ਵੀ ਹੈ ਕੀ ਹੈ, ਸਮਝ ਨਹੀਂ ਆਉਂਦੀ ਹੈ। ਪ੍ਰੇਮ ਪਰਖਿਤ ਕਿਰਿਆ ਸੋ ਤਨ ਕੀ। ਤੇ ਉਹਦੇ ਤਨ ਦੀ ਜਿਹੜੀ ਕਿਰਿਆ ਹੈ ਨਾ, ਕੰਮ, ਉਹਦੇ ਕੰਮਾਂ ਤੋਂ ਪਤਾ ਲੱਗਦਾ ਵੀ ਇਹ ਪ੍ਰੇਮੀ ਹੈ। ਕਿ ਤਾਂ ਅਗਲੇ ਨੂੰ ਕੀ ਲੋੜ ਹੈ ਗੱਲ ਕਹਿਣ ਦੀ, ਮੈਂ ਭੁੱਖਾ ਪਿਆਸਾ ਬੈਠਾ, ਕੀ ਪਤਾ ਕਿੰਨੇ ਦਿਨ ਬਹਿਣਾ ਪਵੇ। ਪਰ ਇਹ ਤੇ ਗੱਲ ਭਾਵਨਾ ਵਾਲਾ ਹੀ ਕਹਿ ਸਕਦਾ, ਪ੍ਰੇਮ ਵਾਲਾ ਹੀ ਕਹਿ ਸਕਦਾ। ਪੀਰ ਇਹ ਗੱਲ ਭੀਖਣ ਸ਼ਾਹ ਕਹਿੰਦਾ ਵੀ ਮੈਂ ਪਾਣੀ ਨਹੀਂ ਪੀਣਾ, ਉਹਦੀਆਂ ਇਹ ਗੱਲਾਂ ਸੁਣ ਕੇ ਲੱਗਦਾ ਵੀ ਇਹ ਬਹੁਤ ਵੱਡਾ ਪ੍ਰੇਮੀ ਹੈ। ਦੇਸ਼ ਪੰਜਾਬ ਦਿਸ਼ਾ ਕੇ ਜਨੀਅਤ। ਤੇ ਬਾਕੀ ਇਹ ਪੰਜਾਬ ਦੀ ਦਿਸ਼ਾ ਤੋਂ ਆਇਆ, ਪੰਜਾਬ ਵੱਲੋਂ ਆਇਆ, ਪੰਜਾਬੀ ਬੋਲਦਾ ਤੇ ਭਾਵਨਾ ਬੜੀ ਹੈ। ਇਹ ਤਾਂ ਹਟਾਵਨ ਬਹੁਤ ਭਨੀਅਤ। ਤੇ ਮੈਂ ਤੇ ਉਹਨੂੰ ਮੋੜਨ ਵਾਸਤੇ ਬੜਾ ਆਖਿਆ ਵੀ ਚਲੇ ਜਾ, 3 ਮਹੀਨਿਆਂ ਬਾਅਦ ਆ ਜਾਵੇਂ। ਗੁਰੂ ਪਾਤਸ਼ਾਹ ਇਸ ਵੇਲੇ ਘਰ ਵਿੱਚ ਨਹੀਂ। ਮੈਂ ਤੇ ਬੜੇ ਯਤਨ ਕੀਤੇ ਪਰ ਮੇਰੀ ਉਹਨੇ ਇੱਕ ਵੀ ਗੱਲ ਮੰਨੀ ਨਹੀਂ ਹੈ। ਰਹੇ ਬੈਠ ਜਾਏ ਨਾ ਬਿਨ ਦੇਖੇ। ਤੇ ਉਹ ਬੈਠ ਗਿਆ ਭਾਈ ਦਰਵਾਜ਼ੇ ਦੇ ਉੱਪਰ। ਡਿਉੜੀ ਜਿਹੜੀ ਹੈ ਨਾ ਗੁਰੂ ਘਰ ਦੀ, ਦਰਵਾਜ਼ਾ ਜਿੱਥੋਂ ਸੰਗਤਾਂ ਅੰਦਰ ਬਾਹਰ ਆਉਂਦੀਆਂ, ਪੀਰ ਉੱਥੇ ਬੈਠ ਗਿਆ ਵੀ ਮੈਂ ਇੱਥੋਂ ਨਹੀਂ ਜਾਣਾ ਹੈ। ਹੱਠ ਗਾਢੋ ਜਿਨ ਰਿਦਾ ਵਿਸ਼ੇਕੇ। ਉਹਦੇ ਮਨ ਵਿੱਚ ਬੜਾ ਹੱਠ ਹੈ, ਬੜੀ ਜਿੱਦ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕੋਲ ਆ ਕੇ ਬੈਠ ਜਾਂਦਾ ਸੀ ਨਾ ਇੱਕ ਸਿੱਖ, ਤੇ ਉਸਨੇ ਦਰਵਾਜ਼ੇ ਤੇ ਆ ਕੇ ਬੈਠ ਜਾਣਾ ਤੇ ਉਸ ਨੂੰ ਚੁੱਕ ਕੇ ਬਾਹਰ ਸੁੱਟ ਆਉਣਾ। ਪ੍ਰੇਮਾ ਸੀ ਨਾਮ ਉਸ ਸਿੱਖ ਦਾ, ਤੇ ਕੋੜ ਦਾ ਰੋਗ ਸੀ ਉਹਨੂੰ। ਉਹਦੇ ਕੋੜ ਦੇ ਰੋਗ ਨੂੰ ਜਾਣ ਕੇ ਉਹਨੂੰ ਬਾਹਰ ਸੁੱਟ ਕੇ ਆਉਣਾ, ਉਹਨੇ ਫਿਰ ਆ ਕੇ ਉੱਥੇ ਬੈਠ ਜਾਣਾ। ਉਹਨੂੰ ਫਿਰ ਛੱਟ ਕੇ ਆਉਣਾ, ਉਹਨੇ ਫਿਰ ਬੈਠ ਜਾਣਾ। ਉੱਠਿਆ ਹੀ ਨਹੀਂ, ਕਹਿਣ ਲੱਗਾ ਦਰਵਾਜ਼ਾ ਨਹੀਂ ਛੱਡਦਾ ਮੈਂ, ਜਿੱਥੇ ਮਰਜ਼ੀ ਛੱਡੋ, ਮੈਂ ਤਾਂ ਫਿਰ ਇੱਥੇ ਹੀ ਆਵਾਂ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹਦੀ ਇਹ ਭਾਵਨਾ ਵੇਖ ਕੇ ਬੜੇ ਖੁਸ਼ ਹੋਏ। ਕਹਿਣ ਲੱਗੇ ਭਾਈ ਜਿੱਥੇ ਅਸੀਂ ਇਸ਼ਨਾਨ ਕਰਦੇ ਹਾਂ ਇਹਦਾ ਇਸ਼ਨਾਨ ਕਰਵਾਓ। ਇਸ਼ਨਾਨ ਕਰਵਾ ਕੇ ਉਹਦੇ ਤਨ ਦਾ ਕੋੜ ਦਾ ਰੋਗ ਮਹਾਰਾਜ ਨੇ ਦੂਰ ਕੀਤਾ ਤੇ ਬ੍ਰਹਮ ਗਿਆਨ ਦੀ ਦਾਤ ਦੇ ਨਾਲ ਨਵਾਜਿਆ ਮਹਾਰਾਜ ਜੀਆਂ ਨੇ। ਭਾਈ ਪ੍ਰੇਮਾ ਕੋੜੀ ਬ੍ਰਹਮ ਗਿਆਨੀ ਬਣ ਗਿਆ। ਇਸੇ ਤਰ੍ਹਾਂ ਅਜੇ ਪੀਰ ਆ ਗਿਆ, ਕਹਿਣ ਲੱਗਾ ਮੈਂ ਨਹੀਂ ਦਰਵਾਜ਼ਾ ਛੱਡਣਾ, ਮੈਂ ਤੇ ਬੈਠਾਂਗਾ ਇੱਥੇ, ਨਹੀਂ ਦਰਸ਼ਨ ਕਰਵਾਉਣੇ ਨਾ ਕਰਾਓ, ਪਰ ਮੈਂ ਦਰਸ਼ਨ ਕੀਤੇ ਬਿਨਾਂ ਜਾਣਾ ਨਹੀਂ ਹੈ। ਸ੍ਰੀ ਗੁਜਰੀ ਸੁਣ ਕੇ ਤਨਵਾਤ। ਉਸ ਵੇਲੇ ਮਾਤਾ ਗੁਜਰੀ ਨੇ ਸੁਣੀਆਂ ਸਾਰੀਆਂ ਗੱਲਾਂ ਆਪਣੇ ਭਰਾ ਦੀਆਂ, ਜਿਵੇਂ ਜਿਵੇਂ ਪੀਰ ਨੇ ਆਖਿਆ ਸਾਰੀ ਗੱਲ ਸੁਣ ਕੇ ਨਹਿ ਮਾਨੀ ਪਿਆਰੋ ਅਤ ਤਤ। ਮਾਤਾ ਨੇ ਫਿਰ ਨਾਂਹ ਦੇ ਵਿੱਚ ਸਿਰ ਫੇਰਿਆ, ਕਹਿਣ ਲੱਗੀ ਨਹੀਂ ਭਰਾ ਜੀ ਦਰਸ਼ਨ ਤੇ ਨਹੀਂ ਹੋਣੇ। ਪੀਰ ਭਾਵੇਂ ਬੈਠਾ ਰਵੇ ਭੁੱਖਾ ਤੇ ਭਾਵੇਂ ਪਿਆਸਾ, ਵੱਖਰੀ ਗੱਲ ਹੈ, ਉਹਦਾ ਸਰੀਰ ਹੈ, ਉਹਦੀ ਮਰਜ਼ੀ ਹੈ, ਜੋ ਮਰਜ਼ੀ ਕਰੇ, ਪਰ ਮੈਨੂੰ ਤੇ ਪੁੱਤਰ ਪਿਆਰਾ ਹੈ। ਕਈ ਸਾਲਾਂ ਬਾਅਦ, 30-35 ਸਾਲਾਂ ਬਾਅਦ ਜਾ ਕੇ ਅੱਜ ਪੁੱਤਰ ਮਿਲਿਆ ਝੋਲੀ ਦੇ ਵਿੱਚ। ਇੰਨਾ ਤਰਸ ਕੇ ਮਿਲੀ ਹੋਈ ਦਾਤ, ਫਿਰ ਕਿਵੇਂ ਉਸ ਨੂੰ ਅੱਖੋਂ ਪਰੇ ਕੀਤਾ ਜਾ ਸਕਦਾ? ਇੰਨੇ ਲੰਮੇ ਸਮੇਂ ਬਾਅਦ ਮਿਲੀ ਹੈ ਨਾ ਦਾਤ। 26 ਸਾਲ 27 ਸਾਲ ਤੇ ਮਹਾਰਾਜ ਭੂਰੇ ਵਿੱਚ ਬੈਠ ਕੇ ਬੰਦਗੀ ਕਰਦੇ, ਤੇ ਉਦੋਂ ਪਹਿਲਾਂ ਦਾ ਮਹਾਰਾਜ ਦਾ ਵਿਆਹ ਹੋਇਆ, ਤੇ ਪ੍ਰਗਟ ਹੋਣ ਤੋਂ ਮਗਰੋਂ ਜਾ ਕੇ ਹੁਣ ਸਾਹਿਬਜ਼ਾਦਾ ਮਿਲਿਆ। 30 ਸਾਲਾਂ ਤੋਂ ਉੱਤੇ ਦਾ ਸਮਾਂ ਹੈ। ਅੱਜ ਮਾਤਾ ਦੀ ਝੋਲੀ ਵਿੱਚ ਦਾਤ ਪੁੱਤਰ ਦੀ ਪਈ ਹੈ, ਤੇ ਕਿੰਨਾ ਲਾਡ ਹੈ, ਕਿੰਨਾ ਚਾਰ, ਕਿੰਨਾ ਪਿਆਰ ਹੈ, ਤੇ ਕਿੰਨਾ ਸਨੇਹ ਹੈ। ਸੱਚੇ ਨੇ ਆਪਣੀ ਥਾਂ ਤੇ। ਕਹਿਣ ਲੱਗੀ ਵੀ ਜੋ ਮਰਜ਼ੀ ਹੋਵੇ, ਮੈਨੂੰ ਤੇ ਤਰਸ ਤਰਸ ਕੇ ਮਿਲਿਆ, ਮੈਂ ਕਿਉਂ ਦੇਵਾਂ? ਪੀਰ ਬੈਠਾ ਤੇ ਬੈਠਾ ਰਵੇ, ਪਰ ਮੈਂ ਆਪਣੇ ਪੁੱਤਰ ਨੂੰ ਬਾਹਰ ਨਹੀਂ ਜਾਣ ਦੇਣਾ। ਇਸ ਤਰ੍ਹਾਂ ਫਿਰ ਨਾ ਕੀਤੀ ਹੈ। ਕੈਸੇ ਵਹਿਰ ਕਰਬ ਮੈਂ ਬਾਲਕ। ਮੈਂ ਆਪਣੇ ਪੁੱਤਰ ਨੂੰ ਕਿਉਂ ਬਾਹਰ ਭੇਜਾਂ ਬਈ? ਇਹ ਤੇ ਮੇਰਾ ਪੁੱਤਰ ਹੈ ਨਾ, ਮੇਰੀ ਮਰਜ਼ੀ ਹੈ, ਮੈਂ ਆਪਣੇ ਕੋਲ ਰੱਖਾਂ, ਬਾਹਰ ਭੇਜਾਂ, ਜੋ ਮਰਜ਼ੀ ਕਰਾਂ। ਕਿਸੇ ਦੀ ਜਿੱਦ ਦੇ ਅੱਗੇ ਮੈਂ ਨਹੀਂ ਝੁਕ ਸਕਦੀ। ਬੈਠਾ ਤੇ ਬੈਠਾ ਰਹੇ, ਪਰ ਮੈਂ ਆਪਣੇ ਪਿਆਰੇ ਪੁੱਤਰ ਨੂੰ ਬਾਹਰ ਨਹੀਂ ਕੱਢਣਾ ਹੈ। ਅਲਪ ਰੂਪ ਅੰਤਰ ਥਿਤ ਪਾਲਕ। ਸੋ ਕਹਿਣ ਲੱਗੇ ਅਲਪ ਰੂਪ, ਛੋਟਾ ਜਿਹਾ ਇਹਦਾ ਸਰੀਰ ਹੈ ਬੱਚੇ ਦਾ, ਤੇ ਅੰਦਰ ਇਸ ਨੂੰ ਮੈਂ ਰੱਖ ਕੇ ਪਾਲਦੀ ਹਾਂ, ਕਦੇ ਬਾਹਰ ਕੱਢਿਆ ਨਹੀਂ। ਬਾਹਰ ਮੌਸਮ ਬੜਾ ਠੰਡਾ, ਠੰਡ ਬੜੀ ਹੈ,
ਤੇ ਮੈਂ ਇਸ ਬਾਲਕ ਨੂੰ ਕਿਉਂ ਬਾਹਰ ਕੱਢਾਂ? ਨਹੀਂ ਅਸੀਂ ਬਾਹਰ ਕੱਢਣਾ। ਮਾਤਾ ਜੀ ਨੇ ਫਿਰ ਜਵਾਬ ਦਿੱਤਾ ਹੈ। ਦੋਹਰਾ ਬਸੇ ਨਿਸਾ ਕਹਿ ਰਹੇ ਬਹੁ ਖਾਨ ਪਾਨ ਨੇ ਕਹਿਣ ਕੀਨ। ਲੱਗੇ ਗੁਰਮੁਖੋ, ਸਵੇਰ ਦਾ ਆਇਆ ਸੀਗਾ, ਸ਼ਾਮ ਪੈ ਗਈ, ਸ਼ਾਮ ਨੂੰ ਨਾ ਕਰ ਦਿੱਤੀ ਵੀ ਦਰਸ਼ਨ ਨਹੀਂ ਹੋਣੇ, ਹੁਣ ਰਾਤ ਪੈ ਗਈ ਹੈ। ਪੀਰ ਨੇ ਆਖਿਆ ਆਇਆ ਤੇ ਮੈਂ ਵੀ ਦੂਰੋਂ ਚੱਲ ਗਈ ਹਾਂ, ਪਰ ਪਾਣੀ ਮੈਂ ਵੀ ਨਹੀਂ ਪੀਵਾਂਗਾ। ਸਾਰੀ ਰਾਤ ਤੇ ਸਾਰਾ ਦਿਨ ਪਿਆਸਾ ਹੀ ਬੈਠਾ ਰਿਹਾ, ਮੂੰਹ ਵਿੱਚ ਪਾਣੀ ਨਹੀਂ ਪਾਇਆ ਉਹਨੇ। ਅੰਨ ਖਾਣਾ ਤੇ ਦੂਰ ਦੀ ਗੱਲ ਹੈ। ਸਾਰਾ ਦਿਨ ਉਡੀਕਦਿਆਂ ਲੰਘਿਆ, ਰਾਤ ਨੂੰ ਜਵਾਬ ਮਿਲ ਗਿਆ ਸ਼ਾਮ ਨੂੰ, ਤੇ ਸ਼ਾਮ ਨੂੰ ਫਿਰ ਸੋ ਉਸ ਵੇਲੇ ਸਾਰੀ ਰਾਤ ਫਿਰ ਉਡੀਕਦਿਆਂ ਲੰਘਦੀ। ਪਰ ਪੀਰ ਵੀ ਕਹਿਣ ਲੱਗੇ ਭੁੱਖਾ ਪਿਆਸਾ ਉਸੇ ਤਰ੍ਹਾਂ ਬੈਠਾ ਹੈ। ਭਈ ਪ੍ਰਾਤ ਬੈਸੇ ਸੋਥਲ ਦੁਆਰ ਅਗਾਰੇ ਤੀਨ। ਜਦੋਂ ਅਗਲਾ ਦਿਨ ਚੜਿਆ ਤੇ ਹੁਣ ਸੰਗਤਾਂ ਆਉਣ ਲੱਗ ਪਈਆਂ, ਅੰਮ੍ਰਿਤ ਵੇਲਾ ਆਇਆ। ਤਿੰਨੇ ਜਾਣੇ, ਪੀਰ ਦੇ ਦੋਵੇਂ ਚੇਲੇ ਵੀ ਨਾਲ ਹੀ ਬੈਠੇ ਹੋਏ। ਉਹਨਾਂ ਆਖਿਆ ਜੇ ਪੀਰ ਨੇ ਕੁਝ ਨਹੀਂ ਖਾਣਾ ਪੀਣਾ ਤੇ ਆਪਾਂ ਵੀ ਨਹੀਂ ਖਾਂਦੇ। ਫਿਰ ਤਿੰਨੇ ਜਾਣੇ ਦਰਵਾਜ਼ੇ ਤੇ ਬੈਠੇ ਹੋਏ, ਟਿਕ ਟਿਕੀ ਲਗਾ ਕੇ ਕੇਵਲ ਵੇਖਦੇ ਪਏ ਵੀ ਕਦੋਂ 10ਵੇਂ ਪਾਤਸ਼ਾਹ ਬਾਹਰ ਆਉਣ ਤੇ ਸਾਨੂੰ ਦਰਸ਼ਨ ਦੇਣ। ਤਿੰਨੇ ਜਾਣੇ ਬੈਠੇ ਹੋਏ ਹਨ। ਚੌਪਈ ਸਿਮਰਤ ਹਿਰਦੇ ਨਾਮ ਗੁਰ ਕੇ। ਉਸ ਵੇਲੇ ਪੀਰ ਬੈਠ ਗਿਆ ਤੇ ਆਪਣੇ ਹਿਰਦੇ ਵਿੱਚ ਗੁਰੂ 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 ਦਾ ਜਾਪ ਕਰਨ ਲੱਗ ਪਿਆ, ਸਿਮਰਨ ਕਰਨ ਲੱਗ ਪਿਆ। ਮਨ ਵਿੱਚ ਸੋਚਦਾ ਹੈ ਮੇਰੇ ਵਿੱਚ ਹੀ ਕੋਈ ਐਬ ਹੋਵੇਗਾ, ਕੋਈ ਗੁਨਾਹ ਹੋਵੇਗਾ, ਮੇਰਾ ਹੀ ਕੋਈ ਮਾੜਾ ਕਰਮ ਹੋਵੇਗਾ। ਮੈਂ ਜਿਹਦੇ ਦਰ ਤੇ ਚੱਲ ਕੇ ਆਇਆ ਉਹ ਮੈਨੂੰ ਦਰਸ਼ਨ ਨਹੀਂ ਦਿੰਦਾ ਪਿਆ, ਮੇਰੇ ਮਾੜੇ ਭਾਗ ਨੇ। ਹੁਣ ਮੈਂ ਫਰਿਆਦ ਕਰਾਂ, ਮੈਂ ਤਰਲਾ ਕਰਾਂ, ਇਹਨਾਂ ਨੇ ਮੇਰੀ ਗੱਲ ਨਹੀਂ ਮੰਨਣੀ ਹੈ। ਇਹ ਤੇ ਉਹਨੂੰ ਬਾਲਕ ਹੀ ਇਹਨਾਂ ਦਾ ਮਨ ਪ੍ਰੇਰੇਗਾ ਤੇ ਤਾਂ ਕੰਮ ਜਾ ਕੇ ਸੂਤਰ ਆਉਣਾ, ਤਾਂ ਕੰਮ ਠੀਕ ਹੋਣਾ। ਪੀਰ ਨੇ ਹੱਥ ਵਿੱਚ ਤਸਬੀਹ ਫੜੀ ਹੈ, ਮਾਲਾ ਫੜੀ ਹੈ, ਮਾਲਾ ਫੇਰਦਾ, ਨਾਲ ਆਪਣੇ ਮੁਖੋਂ ਜਾਪ ਕਰਦਾ, ਗੁਰੂ 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 ਦਾ ਜਾਪ ਕਰਦਾ ਹੈ। ਦੇਹੁ ਦਰਸ ਪੂਰਨ ਪ੍ਰਭ ਮੇਰੇ। ਤੇ ਨਾਲ ਬੇਨਤੀ ਕਰਦਾ ਐ ਸਾਰੀ ਸ੍ਰਿਸ਼ਟੀ ਦੇ ਮਾਲਕ ਪਰਮਾਤਮਾ, ਜੇ ਬਾਲਕ ਦੇ ਰੂਪ ਦੇ ਵਿੱਚ ਆ ਕੇ ਉਹ ਦੁਨੀਆ ਤੇ ਫਿਰ ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦੇ? ਕਿਰਪਾ ਕਰਕੇ ਮੈਨੂੰ ਦਰਸ਼ਨ ਦਿਓ। ਸਗਲ ਭਵਨ ਕੇ ਨਾਇਕਾ ਇੱਕ ਸ਼ੈਣਾ ਦਰਸ ਦਿਖਾਏ। ਜੀ ਇਸ ਤਰ੍ਹਾਂ ਬੜੀ ਭਾਵਨਾ ਦੇ ਨਾਲ ਪੀਰ ਭੀਖਣ ਸ਼ਾਹ ਬੈਠਾ ਹੋਇਆ ਦਰਸ਼ਨਾਂ ਦੀ ਇੱਛਾ ਵਾਸਤੇ ਅਰਦਾਸਾਂ ਕਰਦਾ ਹੈ। ਦੂਰ ਦੇਸ਼ ਆਗਮਨ ਹਮਾਰਾ। ਮਨੋ ਮਨੋ ਅਰਦਾਸ ਕਰਦਾ ਜੀ ਮੈਂ ਦੂਰੋਂ ਦੇਸ਼ ਤੋਂ ਚੱਲ ਕੇ ਆਇਆ। ਇਹ ਤੇ ਨਹੀਂ ਜਾਣਦੇ, ਮੇਰੇ ਤੇ ਵਿਸ਼ਵਾਸ ਨਹੀਂ ਕਰਦੇ, ਪਰ ਤੁਸੀਂ ਤੇ ਜਾਣਦੇ ਹੋ ਨਾ ਮੈਂ ਕਿੱਥੋਂ ਚੱਲਿਆ ਤੇ ਕਦੋਂ ਚੱਲਿਆ ਤੇ ਕਿਹੜੀ ਭਾਵਨਾ ਲੈ ਕੇ ਚੱਲਿਆ। ਤੁਸੀਂ ਮੇਰੀ ਭਾਵਨਾ ਨਹੀਂ ਸਮਝਦੇ ਪਏ। ਮੈਂ ਦੂਰੋਂ ਚੱਲ ਕੇ ਆਇਆ ਹਾਂ। ਪੂਰੋ ਮਨ ਸੰਕਲਪ ਦਿਦਾਰਾ। ਇਸ ਕਰਕੇ ਮੇਰੇ ਮਨ ਦੇ ਵਿੱਚ ਕੋਈ ਸੰਕਲਪ ਹੈ ਤੁਹਾਡੇ ਦਰਸ਼ਨਾਂ ਦਾ ਤੇ ਮੇਰਾ ਸੰਕਲਪ ਪੂਰਾ ਕਰ ਦਿਓ। ਤੁਸੀਂ ਕਰ ਸਕਦੇ, ਤੁਹਾਡੇ ਬਿਨਾ ਜਿੰਨਾ ਚਿਰ ਤੁਸੀਂ ਨਹੀਂ ਨਾ ਪ੍ਰੇਰਦੇ ਇਹਨਾਂ ਨੂੰ ਇਹ ਦਰਸ਼ਨ ਨਹੀਂ ਕਰਵਾਉਣਗੇ। ਤੇ ਇਹ ਬਾਲਕ ਰੂਪ ਪਰਮੇਸ਼ਰ ਮੈਂ ਦੂਰੋਂ ਚੱਲ ਕੇ ਆਇਆ ਬੁੱਢਾ ਸਰੀਰ ਲੈ ਕੇ, ਤੇ ਮੇਰਾ ਹੋਰ ਇਮਤਿਹਾਨ ਨਾ ਲਿਆ ਜਾਵੇ। ਮੈਂ ਇਮਤਿਹਾਨ ਦੇ ਨਹੀਂ ਸਕਦਾ ਕਿਉਂਕਿ ਇਮਤਿਹਾਨ ਬੜਾ ਔਖਾ ਹੈ। ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ, ਉਹਨੂੰ ਪ੍ਰਾਪਤੀ ਹੁੰਦੀ। ਇਸ ਤਰ੍ਹਾਂ ਅਰਦਾਸਾਂ ਕਰਦਾ ਹੈ। ਸਭ ਘਟ ਕੋ ਮਾਲਕ ਗੁਰ ਪੂਰਾ। ਤੇ ਨਾਲ ਹੀ ਬੇਨਤੀ ਕਰਦੇ ਤੁਸੀਂ ਸਾਰਿਆਂ ਘਟਾਂ ਦੇ ਮਾਲਕ ਹੋ, ਹਰੇਕ ਹਿਰਦੇ ਵਿੱਚ ਤੁਸੀਂ ਬੈਠੇ ਹੋਏ ਹੋ। ਪਿਤਾ ਪਿਤਾ ਮੈਂ ਰਣ ਮੈਂ ਸੂਰਾ। ਤੇ ਤੁਹਾਡੇ ਪਿਤਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਹੁਤ ਵੱਡੇ ਸੂਰਮੇ ਨੇ, ਬੜਾ ਵੱਡਾ ਜੰਗ ਕੀਤਾ। ਉਹਨਾਂ ਦਾ ਨਾਮ ਹੀ ਤੇਗ ਬਹਾਦਰ ਤਾਂ ਪਿਆ ਕਿਉਂਕਿ ਉਹਨਾਂ ਦੀ ਬਹਾਦਰੀ ਵੇਖ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਨਾਮ ਰੱਖਿਆ ਸੀ ਤੇਗ ਬਹਾਦਰ। ਤੁਹਾਡੇ ਪਿਤਾ ਬਹੁਤ ਵੱਡੇ ਸੂਰਮੇ ਨੇ ਤੇ ਤੁਹਾਡੇ ਦਾਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹ ਵੀ ਬੜੇ ਵੱਡੇ ਸੂਰਮੇ ਨੇ। 4 ਜੰਗਾਂ ਲੜੀਆਂ, 4 ਜੰਗਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਪੀਰ ਬੇਨਤੀ ਕਰਦਾ ਪਿਆ ਮਨੋਂ ਆਪਣੇ ਹੋ, ਕਹਿਣ ਲੱਗਾ ਜੀ ਤੁਹਾਡੇ ਪਿਤਾ ਜੀ ਬੜੇ ਸੂਰਮੇ ਸਨ, ਤੁਹਾਡੇ ਦਾਦਾ ਜੀ ਵੀ ਬੜੇ ਵੱਡੇ ਸੂਰਮੇ ਹਨ। ਮਨ ਪ੍ਰੇਰੋਗੇ ਜਵਨ ਕੇਰੇ। ਤੇ ਜਦੋਂ ਤੁਸੀਂ ਮਨ ਪ੍ਰੇਰੋਗੇ ਗੱਲ ਉਦੋਂ ਬੰਨੀ ਹੈ। ਇਹਨਾਂ ਤੇ ਮੈਨੂੰ ਨਾ ਕਰ ਦਿੱਤੀ ਹੈ। ਏਡੇ ਵੱਡੇ ਸੂਰਮਿਆਂ ਦੇ ਘਰ ਆ ਕੇ ਤੁਸੀਂ ਜਨਮ ਲਿਆ, ਪਰ ਮੇਰੇ ਤੇ ਕਿਰਪਾ ਕਰੋ, ਇਹਨਾਂ ਦੇ ਮਨ ਪ੍ਰੇਰ ਕੇ ਮੈਨੂੰ ਦਰਸ਼ਨ ਦੇਣਾ ਕਰੋ।